जन्माने परतख गुरु निस्तारे। ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ। ਜਿਹਾ ਬੀਜੈ ਸੋ ਲੁਣੈ, ਜਿਹਾ ਜਿਹਾ ਜੀਵ ਬੀਜਿਆ ਕਰਮ ਕਰਦਾ ਹੈ ਉਹ ਜਿਹਾ ਲੁਣਾ ਵੱਢੇਗਾ। ਜੇ ਕਿਸੇ ਮਿਸਾਲ ਸੰਗਤ ਜੀ ਸਾਹਿਬ ਫਰੀਦ ਜੀ ਨੇ ਕਿਹਾ ਹੈ, ਫਰੀਦਾ ਜਿਸ ਪ੍ਰਕਾਰ ਲੋੜੇ ਦਾਖ ਬਜੌਰੀਆਂ ਅਤੇ ਹੰਡਾ ਉਨ ਕਤਾਇਂਦਾ ਪਹਿਲਾ ਲੋੜੇ ਪੱਟ ਤੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ। ਕਿੱਕਰਾਂ ਦੇ ਬੀਜਦਾ ਹੋਵੇ ਤੇ ਬਾਜ਼ਾਰ ਸ਼ਹਿਰ ਦੇ ਬੜੇ ਬੜੇ ਜਿਹੜੇ ਮੁਨੱਕੇ ਹੁੰਦੇ ਆ ਨਾ ਦਾਖਾਂ, ਇਹ ਬਾਜ਼ਾਰ ਸ਼ਹਿਰ ਦੀਆਂ ਮੰਨੀਆਂ ਚੰਗੀਆਂ ਸਭ ਤੋਂ। ਉਹ ਬਾਜ਼ਾਰ ਸ਼ਹਿਰ ਦੀਆਂ ਦਾਖਾਂ ਭਾਰੇ ਤੇ ਬੀਜੇ ਕਿੱਕਰਾਂ ਨੂੰ, ਕਿੱਕਰਾਂ ਚੋਂ ਕੰਡੇ ਹੀ ਮਿਲਣੇ ਆ। ਬਾਜ਼ਾਰ ਵੇਖਦੀਆਂ ਦਾਖਾਂ ਕਿਵੇਂ ਮਿਲਣਗੀਆਂ। ਇਸੇ ਪ੍ਰਕਾਰ ਸਾਧ ਸੰਗਤ ਜੀ ਹੰਡੇ ਉਨ ਕਦਾਂ ਦਾ ਪਹਿਲਾ ਲੋੜੇ ਪੱਟ ਉਨ ਕਰਦਾ ਫਿਰਦਾ ਹੋਵੇ ਤੇ ਚਾਹੇ ਮੈਂ ਰੇਸ਼ਮ ਪਹਿਰ ਲਵਾਂ, ਪੱਟੋ ਕਿਵੇਂ ਪਹਿਰ ਲਵੇਗਾ। ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ ਲੋੜੇ ਦਾਖ ਬਜੌਰੀਆਂ, ਬਜੌਰੀ ਮੇਰੇ ਇੱਕ ਪੁੱਤਰ ਅਧਿਕਾਰੀ ਹੋਵੇ, ਮੇਰੀ ਇਸਤਰੀ ਅਨੁਸਾਰ ਹੋਵੇ, ਮੇਰਾ ਪਰਿਵਾਰ ਅਨੁਸਾਰ ਹੋਵੇ। ਇਹ ਸੰਬੰਧੀਆਂ ਨੂੰ ਬਾਜ਼ਾਰ ਵੇਖਦੀਆਂ ਦਾਖਾਂ ਵਰਗੀਆਂ ਮਿੱਠੀਆਂ, ਕਹਿੰਦਾ ਮੇਰੇ ਸਾਰੇ ਸੰਬੰਧੀ ਆਗਿਆਕਾਰ ਹੋਣ। ਚਾਹੁੰਦਾ ਤਾਂ ਇਉਂ ਹੈ ਬਾਜ਼ਾਰ ਦੀਆਂ ਮਿੱਠੀਆਂ ਦਾਖਾਂ ਤੇ ਕਿੱਕਰ ਬੀਜੇ ਜੱਟ ਤੇ ਈਰਖਾ ਰੂਪੀ ਕਿੱਕਰਾਂ ਬੀਜਦਾ, ਪਾਪਾ ਰੂਪੀ ਕਿੱਕਰਾਂ ਦੇ ਬੀਜਦਾ। ਜੜ ਇਹੋ ਜਿਹਾ ਦੱਸੋ ਇਹਨੂੰ ਕਿਵੇਂ, ਜਦੋਂ ਆਪ ਮਾਂ ਪਿਓ ਦੀ ਆਗਿਆ ਨਹੀਂ ਮੰਨੀ, ਆਪ ਉਹਨਾਂ ਦੀ ਪ੍ਰਸੰਨਤਾ ਨਹੀਂ ਲਈ ਤੇ ਉਹਦੇ ਗਾਂ ਪੁੱਤਰ ਧੀਆਂ ਕਿਵੇਂ ਆਗਿਆਕਾਰ ਹੋਣਗੇ। ਜਿਹੜਾ ਜਿਹਾ ਸੁਭਾਅ ਹੈ ਉਹੋ ਜਿਹਾ ਫਲ ਮਿਲਣਾ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਲੋੜੇ ਦਾਖ ਬਜ਼ਾਰੀਆਂ। ਬਾਜ਼ਾਰ ਕੌਣ ਹੈ? ਬਕੁੰਠ। ਬਕੁੰਠ ਦੀਆਂ ਦਾਖਾਂ ਮੁਕਤੀਆਂ ਲੋੜਦਾ ਵੀ ਸਲੋਕ ਮੁਕਤੀ ਮਿਲ ਜੇ, ਮੈਨੂੰ ਸਮੀਪ ਮੁਕਤੀ ਮਿਲ ਜੇ, ਸੁਜੁਜ ਮੁਕਤੀ ਮਿਲ ਜੇ, ਸਮੀਪ ਮੁਕਤੀ ਮਿਲ ਜੇ। ਇਸ ਪ੍ਰਕਾਰ ਦੀਆਂ ਬਾਜ਼ਾਰ ਦੀਆਂ ਦਾਖਾਂ ਭਾਲਦਾ ਹੈ ਤੇ ਬਕੁੰਠ ਦੀਆਂ ਮੁਕਤੀਆਂ ਰੂਪ ਕਿੱਕਰ ਬੀਜੇ ਜੱਟ। ਜੱਟ ਜੜ ਇਹੋ ਜਿਹਾ ਹੈ ਤੇ ਪਾਪਾ ਰੂਪੀ ਕਿੱਕਰਾਂ ਦੇ ਬੀਜਦਾ ਹੈ। ਹੰਡੇ ਉਨ ਕਦਾਂ ਸਕਾਮ ਕਰਮ ਰੂਪੀ ਉਨ ਕਰਦਾ ਫਿਰਦਾ ਹੈ। ਪਹਿਲਾ ਲੋੜੇ ਪੱਟ ਬ੍ਰਹਮ ਗਿਆਨ ਰੂਪੀ ਬਸਤਰ ਪੱਟ ਦੇ ਰੇਸ਼ਮ ਦੇ ਪਹਿਰਨਾ ਚਾਹੁੰਦਾ। ਕਿਵੇਂ ਇਹਨੂੰ ਆਨੰਦ ਹੋਵੇ ਪਰਮੇਸ਼ਰ ਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਦੁਆ ਭਾਏ ਜਿਹਾ ਬੀਜੈ ਸੋ ਲੁਣੈ, ਜਿਹੜਾ ਜਿਹਾ ਜੀਵ ਕਰਮ ਕਰੇਗਾ ਉਹ ਜਿਹਾ ਫਲ ਲਵੇਗਾ, ਵੱਢੇਗਾ, ਪ੍ਰਾਪਤ ਕਰੇਗਾ। ਬੀਜੇ ਵਿਖ ਮੰਗੇ ਅੰਮ੍ਰਿਤ ਦੇਖੋ ਇਹ ਨਿਆ। ਮੰਗਦਾ ਅੰਮ੍ਰਿਤ ਬੀਜਦਾ ਬਿਓ ਹੈ। ਕਿਸੇ ਨੂੰ ਦੁੱਖ ਦੇਣਾ ਬਿਓ ਬੀਜਦਾ ਹੈ ਤੇ ਕਹਿੰਦਾ ਮੈਂ ਅਮਰ ਹੋ ਜਾ, ਮੁਕਤ ਹੋ ਜਾ। ਕਦੇ ਗੱਲ ਹੋ ਸਕਦੀ ਹੈ? ਇਹਨਾਂ ਜਿਹੜਾ ਜਿਹਾ ਬੀਜ ਬੀਜੇਗਾ ਉਹ ਜਿਹਾ ਫਲ ਮਿਲੇਗਾ। ਮੱਥਾ ਜੋ ਲਿਖਿਆ, ਜੋ ਜੀਵਨ ਕਰਮ ਕੀਤਾ ਉਹ ਮੱਥੇ ਹਿਰਦੇ 'ਚ ਲਿਖ ਲਿਖਤਾ ਹੈ। ਕਰਨੀ ਕਾਗਜ਼ ਮਨ ਮਸਮਾਨੀ ਬੁਰਾ ਭਲਾ ਦੇ ਲੇਖ ਪਏ। ਜੇ ਜੋ ਕਰ ਚਲਾਏ तो चलिए तो नाही तो गुण नाही अंत हरे। जो करनी देह है ये साध संगत जी शाही बनी हुई है। ये करनी कागज बनी हुई है जिहड़ी जीव की करनी है देह करन वाली, अते मन शाही बनिया होया है। बुरा तो भला जिहड़े अंदर संस्कार है दो लेख मजमून छप रहे हैं। इउं जिवें वो किरत कीते हुए संचित कर्मां दे अनुसार परारब्ध कर्म बनिया है। किरेमान संचित किरेमान करके संचित कर्म बने हैं, संचित कर्मा करके परारब्ध कर्म बने। उस करनी अनुसार जिवें जिवें किरत चलाउंदा उवें चलीदा। इस प्रकार ये मत्थे का लेख बनता है सब दा। मत्था जो लिखिया, जो मत्थे अंता करन दे अंदर अपने संस्कारां रूप लिखत लिखी हुई है। तो करी लो कलम लिखे लेख माथे। उस अनुसार करनी अनुसार जीवन बुरा भला दे लेख पे हैं। रैन विहाणी पछताणी, ਜਿਹੜੀ ਇਸਤਰੀ ਪਤੀ ਦੀ ਸੇਵਾ ਕਰਨ ਵਾਸਤੇ ਰਾਜੇ ਦੀ ਰਾਣੀਆਂ ਜਿਹੜੀਆਂ ਹੁੰਦੀਆਂ ਉਹਨੂੰ ਵਾਰੀ ਵਾਰੀ ਰਾਜੇ ਦੀ ਸੇਵਾ ਦਾ ਵਕਤ ਮਿਲਦਾ ਹੈ। ਜਿਸ ਰਾਣੀ ਨੂੰ ਸਾਰੀਆਂ ਰਾਣੀਆਂ ਦੇ ਮਗਰੋਂ ਵਾਰੀ ਨਹੀਂ ਹੋਵੇ ਉਹ ਰਾਤ ਵਿੱਚ ਰਾਜੇ ਦੀ ਸੇਵਾ ਚਰਨ ਚਾਪੀ ਕਰਨੀ, ਪੱਖਾ ਕਰਨਾ ਅਤੇ ਉਹਦੀ ਪ੍ਰਸੰਨਤਾ ਲੈਣੀ। ਇਹ ਸੇਵਾ ਛੱਡ ਕੇ ਗੋਲੀਆਂ ਵਿੱਚ ਹੀ ਪਰਚੀ ਰਹੇ, ਗੋਲਿਆਂ ਵਿੱਚ ਹੀ ਪਰਚੀ ਰਹੇ। ਫਿਰ ਸਾਧ ਸੰਗਤ ਜੀ ਜਦੋਂ ਰਾਤ ਗੁਜ਼ਰ ਜਾਂਦੀ ਹੈ ਉਹਦੇ ਭਾਵੇਂ ਸ਼ਿੰਗਾਰ ਲਾਏ ਹੋਣ, 16 ਸ਼ਿੰਗਾਰ ਕੀਤੇ ਹੋਏ ਹੋਣ ਤੇ ਭਾਵੇਂ ਬਸਤਰ ਕੁਸੁੰਬੀ ਪਹਿਰੇ ਹੋਏ ਹੋਣ, ਭਾਵੇਂ ਕਿੰਨੇ ਉਹਦੇ ਅੰਦਰ ਗੁਣ ਹੋਣ ਤੇ ਪਰ ਫਿਰ ਵੀ ਜਦੋਂ ਰਾਤ ਗੁਜ਼ਰ ਜਾਂਦੀ ਹੈ ਪਤੀ ਦੀ ਸੇਵਾ ਤੋਂ ਬਿਨਾਂ
ਉਦੋਂ ਪਛਤਾਪ ਹੀ ਕਰਦੀ ਰਹਿੰਦੀ ਉਹ ਰਾਣੀ। ਉੱਠ ਚੱਲੀ ਗਈ ਨਿਰਾਸ਼ ਫਿਰ ਮਹਿਲਾਂ ਚੋਂ ਕੱਢੀ ਜਾਂਦੀ ਹੈ, ਉੱਠ ਕੇ ਚਲੀ ਜਾਂਦੀ ਹੈ ਨਿਰਾਸ਼ੀ ਹੋ ਕੇ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਉਮਰ ਆਪਾਂ ਨੂੰ ਮਿਲੀ ਹੈ, ਇਹ ਆਪਾਂ ਪਰਮੇਸ਼ਰ ਹੈ ਪਾਤਸ਼ਾਹ, ਉਹਦੀਆਂ ਆਪਾਂ ਰਾਣੀਆਂ ਦੀ ਨਿਆਈ ਹਾਂ। ਇਹ ਉਮਰ ਰੂਪੀ ਰਾਤ ਵਾਹਿਗੁਰੂ ਨੇ ਸਾਨੂੰ ਦਿੱਤੀ ਆਪਦੇ ਮਿਲਣ ਦੇ। ਭਈ ਪ੍ਰਾਪਤ ਮਾਨਖ ਦੇ ਹੋਰੀਆ, ਗੋਬਿੰਦ ਮਿਲ ਕੇ ਤੇਰੀ ਵਰੀਆ। ਪਰਮੇਸ਼ਰ ਦੇ ਮਿਲਣ ਦੀ ਆਪਾਂ ਨੂੰ ਵਾਰੀ ਮਿਲੀ ਹੈ। ਇਸ ਵਾਰੀ ਰੂਪੀ ਰਾਤ ਨੂੰ ਪਾ ਕੇ ਜਿਨ੍ਹਾਂ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਵਿੱਚ ਇਹ ਰਾਤ ਨੂੰ ਬਤੀਤ ਕਰ ਦਿੱਤਾ ਹੈ, ਕੁਝ ਦੁਨੀਆ ਦੀਆਂ ਗੱਲਾਂ ਸੁਣਨ ਵਿੱਚ ਸਮਾਂ ਲਾਤਾ ਹੈ, ਕੋਈ ਚਮੜੀ ਦੇ ਠੰਡ ਤੱਕ ਪਰਖਣ ਵਿੱਚ ਲਾਤਾ ਹੈ, ਕੋਈ ਸੁੰਘਣ ਵਿੱਚ ਲਾਤਾ ਹੈ, ਕੁਝ ਵੇਖਣ 'ਚ, ਕੋਈ ਸੁਣਨ ਵਿੱਚ, ਕੋਈ ਜ਼ੁਬਾਨ ਦੇ ਸਵਾਦ ਵਿੱਚ, ਗੱਲਾਂ ਬਾਤਾਂ ਵਿੱਚ, ਇਉਂ ਪੰਜੇ ਵਿਸ਼ਿਆਂ 'ਚ ਸੁਰਤ ਨੂੰ ਲਾ ਕੇ ਰਾਤ ਜਿਹੜੀ ਹੈ ਉਮਰ ਰੂਪੀ ਰਾਤ ਬਿਹਾ ਗਈ। ਜਿਸ ਵਕਤ ਆਜੂ ਪੂਰੀ ਹੋ ਗਈ ਪਛਤਾਣੀ ਫਿਰ ਪਛਤਾਤਾਪ ਜਿੰਦ ਕਰਦੀ ਰਹੇਗੀ ਕਿ ਤੈਸੇ ਨਾ ਮਿਲੀ ਆਸ। ਫਿਰ ਪਰਮੇਸ਼ਰ ਤੇਰੇ ਨਾਲ ਮਿਲ ਨਾ ਸਕੇ ਮਨੁੱਖਾ ਜਨਮ ਪਾ ਕੇ। ਉੱਠ ਚੱਲੀ ਗਈ ਨਿਰਾਸ਼ ਉੱਠ ਕੇ ਦੇਸ਼ ਤੋਂ ਚਲੀ ਜਾਵੇਗੀ ਨਿਰਾਸ਼ੀ ਹੋ ਕੇ ਜਿੰਦ ਜਿਹੜੀ ਹੈ। ਫਿਰ ਇਹਨੂੰ ਮਨੁੱਖਾ ਜਨਮ ਹੱਥ ਨਹੀਂ ਆਉਣਾ, ਕਿਉਂਕਿ ਇਹੋ ਹੀ ਵਾਰੀ ਹੈ ਪਰਮੇਸ਼ਰ ਦੇ ਮਿਲਣ ਦੀ। ਸੋ ਬਹੁਲ ਨਾ ਆਵੇ ਵਾਰੀ ਜੀ, ਰਾਗੀ ਸਿੰਘਾਂ ਨੇ ਅੱਜ ਪੜ੍ਹਿਆ ਸ਼ਬਦ ਕਿ ਫਿਰ ਵਾਰੀ ਨਹੀਂ ਆਉਣੀ। ਇਹੋ ਹੀ ਵਾਰੀ ਹੈ ਵਾਹਿਗੁਰੂ ਦੇ ਮਿਲਣ ਦੀ ਮਨੁੱਖਾ ਜਨਮ। ਟੇਢੀਆਂ ਜੂਨਾਂ 'ਚ ਕਦੋਂ ਮਹਾਰਾਜ ਨੂੰ ਮਿਲ ਸਕਾਂਗੇ? ਜਦੋਂ ਚਾਰ ਪਾਵ ਦੇ ਸਿੰਘ ਗੁੰਗਮੁਖ ਸਭ ਕੈਸੇ ਗੁਣ ਗਈ ਹੈ, ਊਰਸ ਬੈਠ ਠੇਂਗਾ ਪਰ ਹੈ ਤਬ ਕਦ ਮੂਲ ਲਕਈ ਹੈ। ਹੁਣ ਤਾਂ ਚਵਾਰੇ ਸਿਰ ਲਕੋ ਕੇ ਪੈ ਰਹਿੰਦੇ ਹਾਂ। ਜਦੋਂ ਉਸਦੇ ਮਹੀਨੇ ਸੋਟਾ ਵੱਜਣ ਲੱਗਾ, ਜੇ ਬਹਿ ਗਿਆ ਤੁਰਲਾ ਬਲ ਤਾਂ ਵੀ ਸੋਟਾ ਵੱਜਾ, ਜਦੋਂ ਨਾ ਉੱਠਿਆ ਉਦੋਂ ਵੀ ਸੋਟਾ ਵੱਜਾ। ਇਸ ਪ੍ਰਕਾਰ ਫਿਰ ਸਿਰ ਕਿੱਥੇ ਲੁਕਾਓਗੇ? ਹੁਣ ਤਾਂ ਸਿਰ ਲੁਕੋ ਲੈਂਦੇ, ਕੁਟੀਆਂ ਬਣਾ ਬਣਾ ਕੇ ਲੋਕੇ ਬਹਿ ਰਹਿੰਦੇ ਹਾਂ। ਇਸ ਪ੍ਰਕਾਰ ਜਦੋਂ ਚਾਰ ਪੈਰ ਹੋ ਗਏ, ਮੂੰਹੋਂ ਗੁੰਗਾ ਹੋ ਗਿਆ, ਭੁੱਖ ਤੇ ਵੀ ਨਾ ਦੱਸ ਸਕਿਆ, ਚਾਰ ਦੋ ਸਿੰਘ ਹੋ ਗਏ, ਉਦੋਂ ਕਿਵੇਂ ਗੁਣ ਗਾ ਸਕਾਂਗੇ? ਇਹੀ ਜੀ ਹਾਲਤ ਵਿੱਚ ਪਰਮੇਸ਼ਰ ਦੇ ਗੁਣ ਨਹੀਂ ਗਾਏ ਜਾਣੇ। ਜਦੋਂ ਮਨੁੱਖਾ ਜਨਮ ਰੂਪੀ ਰਾਤ ਬਿਹਾ ਗਈ, ਉਦੋਂ ਪਛਤਾਤਾਪ ਹੀ ਪੱਲੇ ਰਹਿ ਜਾਏਗਾ। ਉੱਠ ਚੱਲੀ ਗਈ ਨਿਰਾਸ਼ ਨਿਰਾਸ਼ੀ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਇਹ ਜਿੰਦ ਉੱਠ ਕੇ ਟੇਢੀਆਂ ਜੂਨਾਂ 84 ਲੱਖ ਜੂਨ ਰੂਪੀ ਕਾਇਦੇ ਉੱਤੇ ਜਾਂ ਪਰਲੋਕ ਨੂੰ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਨਿਰਾਸ਼ੀ ਹੋ ਕੇ ਉੱਠ ਕੇ ਚਲੀ ਗਈ। ਜਿਨ ਕਉ ਸਾਧੂ ਭੇਟੀ ਇਹ ਗਰੀਬ ਨਾਲ ਛੁਟਕਾਰਾ ਵੀ ਕਿਸੇ ਦਾ ਹੋ ਸਕਦਾ ਹੈ ਕਿ ਨਹੀਂ? ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ ਚੇਤੇ ਕਰੋ ਜਿਨ੍ਹਾਂ ਤਾਈਂ ਸਾਧੂ ਕੌਣ ਹੈ? ਸ੍ਰੇਸ਼ਟ ਪੁਰਖ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਜਿੱਤੇ ਜਗ ਜੀਤ, ਮਨ ਨੂੰ ਜਿੱਤਣੇ ਕਰਕੇ ਜਗ ਦੀ ਜਿੱਤ ਹੈ। ਜਿਨ੍ਹਾਂ ਨੇ ਮਹਾਰਾਜ ਕਲਗੀਧਰ ਨੇ ਫਰਮਾਇਆ ਹੈ, ਹੱਥ ਹਲਾਏ ਸੁਰਗ न ਜਾਹੂ, ਜੋ ਮਨ ਜੀਤ ਸਕਾ ਨਹੀਂ ਕਹਾਂ। ਹੱਥ ਹਲਾਈ ਜਾਵੇ ਕੁਛ ਨਹੀਂ, ਸਭ ਮਿੱਥਿਆਈ ਹੈ। ਇਉਂ ਹਿਲਾਉਣ ਨਾਲ ਸਵਰਗ ਦੀ ਪ੍ਰਾਪਤੀ ਤਾਂ ਨਹੀਂ ਹੋ ਸਕਦੀ। ਜਿਹੜਾ ਕਿਸੇ ਵੇਲੇ ਵੀ ਆਪਦੇ ਮਨ ਤੇ ਫਤਿਹ ਨਹੀਂ ਪਾ ਸਕਿਆ, ਮਨ ਦੇ ਸੰਕਲਪਾਂ ਨੂੰ ਜਿੱਤ ਨਹੀਂ ਸਕਿਆ। ਇਸ ਕਰਕੇ ਸਾਧ ਸੰਗਤ ਜੀ ਹਜ਼ੂਰ ਨੇ ਕਿਹਾ ਹੈ, ਆਂਖ ਮੀਚ ਕਰ। ਇਸ ਪ੍ਰਕਾਰ ਸਾਧ ਸੰਗਤ ਜੀ ਪਖੰਡ ਜਨਾਵੇ ਜਿਹੜਾ, ਇਸ ਪ੍ਰਕਾਰ ਆਂਖ ਮੀਚ ਮਗ ਸੂਝ ਨਾ ਜਾਈ, ਤਾਂ ਅਨੰਤ ਮਿਲੇ ਕਦ ਭਾਈ। ਅੱਖਾਂ ਮੀਚ ਕੇ ਬੈਠਾ ਰਹਿੰਦਾ, ਰਾਹ ਹੀ ਨਹੀਂ ਦਿੰਦਾ ਅੱਖਾਂ ਮੀਚੋਂ ਆਏ ਨੂੰ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇਗੀ? ਆਂਖ ਮੂੰਦ ਕਰ ਡਿੰਬ ਵਿਖਾਵੇ, ਅੰਧ ਕੀ ਪਦਵੀ ਕਹਿ ਪਾਵੇ। ਅੱਖਾਂ ਮੀਚ ਕੇ ਪਖੰਡ ਕਰਕੇ ਲੋਕਾਂ ਨੂੰ ਵਿਖਾਵੇ, ਉਹਨੇ ਦੀ ਪਦਵੀ ਮਿਲਦੀ, ਸੂਰਮਾ ਦੂਏ ਜਨਮ ਚ ਮਾਰਾ ਬਣਾ ਦੇਣਗੇ। ਫਿਰ ਉਹ ਕੀ ਕਰ ਲੂਗਾ? ਜੋਰ ਦਾ ਕੀ ਚੱਲੇਗਾ? ਇਸ ਕਰਕੇ ਸਾਧ ਸੰਗਤ ਅੰਨਿਆਂ ਦੀ ਪਦਵੀ ਸਮਝ ਲਓ, ਅੱਗੇ ਜਿਸ ਤਰ੍ਹਾਂ ਤੁਸੀਂ ਹੀਣੇ ਆਦਮੀਆਂ ਵਰਗਾ ਸਮਝ ਲਓ, ਜਿਹੜਾ ਅੱਖਾਂ ਹੀ ਨੀਚ ਰਹੇ। ਬਾਕੀ ਜਿਵੇਂ ਲੋਕਾਂ ਨੇ ਇੱਕ ਪ੍ਰਪੰਚ ਦਿਖਾਇਓ, ਨਿਆਦ ਫਿਰੋ ਸਿਰ ਬੱਧ ਕਰਿਓ। ਇਸ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਦਾ ਜੀਵਨ ਹੈ, ਉਹਨਾਂ ਦੀ ਬਾਬਤ ਹਜ਼ੂਰ ਆਪਾਂ ਨੂੰ ਫਰਮਾ ਰਹੇ ਹਨ, ਜਿਨ ਕਉ ਸਾਧੂ ਭੇਟੀ ਹੈ। ਜੇ ਸਾਧੂ ਉਹ ਹੁੰਦਾ ਹੈ ਜਿਹਨੂੰ ਮਨ ਨੂੰ ਸਾਧ ਲਿਆ ਹੋਵੇ। ਮਨ ਨੂੰ ਸਾਧਨਾ ਕਿਵੇਂ? ਮਨ ਅਸਾਧ ਸਾਧੇ ਜਨ ਕੋਈ। ਅਸਾਧ ਮਨ ਹੈ, ਰੋਗ ਦੀ ਨਿਆਈ। ਜਿਵੇਂ ਕਬਜ਼ ਦੀ ਬਿਮਾਰੀ ਹੁੰਦੀ ਹੈ, ਤਰਦੋਖ ਅਸਾਧ ਹੁੰਦੇ ਹਨ, ਇਸੇ ਪ੍ਰਕਾਰ ਮਨ ਹੈ। ਇਸ ਨੂੰ ਕੋਈ ਸਾਧਨ ਵਾਲਾ ਪੁਰਖ ਹੈ। ਕਰੋੜਾਂ ਵਿੱਚੋਂ ਕੋਟਣ ਮੈਂ ਨਾਨਕ ਕੋਈ, ਨਾਰਾਇਣ ਜੇ ਚੀਤ। ਉਹ ਅਸਾਧ ਮਨ ਨੂੰ ਸਾਧਦੇ ਹਨ, ਜਿਨ੍ਹਾਂ ਵਿੱਚ ਜੀ ਪਰਮੇਸ਼ਰ ਵਸਿਆ ਰਹਿੰਦਾ ਹੈ। ਉਹ ਹੈ ਸਾਧੂ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਨ ਕੀਤਾ ਹੈ। ਇੱਕ ਸਾਧਕ ਹੁੰਦਾ ਹੈ, ਇੱਕ ਸਾਧਨ ਹੁੰਦੇ ਹਨ, ਇੱਕ ਸਾਧ ਅਵਸਥਾ ਹੁੰਦੀ ਹੈ। ਸਾਧਕ ਜੋ ਵਿਰਾਗ ਵੇਖ ਹਰਸੰਤੀ ਮੋਖ ਇੱਛਾ ਵਿਧਾਨ ਦੇ ਅਨੁਸਾਰ ਸਾਧਨ ਕਰਦਾ, ਉਹ ਸਾਧਕ ਪੁਰਖ ਹੈ। ਜਾਂ ਯੋਗ ਦੇ ਅਨੁਸਾਰ ਆਸਨ ਜਮ ਨੇਮ ਪ੍ਰਾਣਾਯਾਮ, ਆਸਨ ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧ ਆਦਿ ਕੰਗਾਂ ਨੂੰ
ਗ੍ਰਹਿਣ ਕਰਦਾ ਉਹ ਸਾਧਕ ਪੁਰਖ ਹੈ। ਇਹਨਾਂ ਸਾਧਨਾਂ ਨੂੰ ਜਿਹੜਾ ਸਾਧ ਕਰਕੇ ਜਿੱਤ ਕਰਕੇ ਸਾਧ ਅਵਸਥਾ ਜੋ ਸਿੱਧ ਪ੍ਰਾਪਤੀ ਵਾਲੀ ਅਵਸਥਾ ਸਰੂਪ ਵਾਲੀ ਉਸ ਨੂੰ ਜਿਹੜਾ ਪ੍ਰਾਪਤ ਜੋ ਸਾਧੂ ਹੁੰਦਾ ਹੈ। ਸੋ ਜਿਨ੍ਹਾਂ ਨੂੰ ਐਸੇ ਸਾਧੂ ਸ੍ਰੇਸ਼ਟ ਜਿਵੇਂ ਭਾਈ ਬੁੱਢਾ ਸਾਹਿਬ ਜੀ ਦਾ ਜੀਵਨ ਸੀ, ਜਿਸ ਪ੍ਰਕਾਰ ਗੁਰਮੁਖ ਸਿੱਖ ਗੁਰੂ ਸਾਹਿਬ ਦੇ ਹੋਏ ਹਨ, ਆਪ ਹੀ ਸਤਿਗੁਰੂ ਨਾਨਕ ਦੇਵ ਜੀ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ, ਭਾਵੇਂ ਉਸ ਵੇਲੇ ਸੰਨਿਆਸੀ ਵੀ ਸਾਧੂ ਸਨ, ਵਿਰਾਗੀ ਵੀ ਸਾਧੂ ਸਨ, ਹੋਰ ਵੀ ਭੇਖਾਂ ਦੇ ਸਾਧੂ ਸਨ, ਪਰ ਭਾਈ ਸਾਹਿਬ ਨੇ ਲਿਖਿਆ ਹੈ, ਥੰਮੇ ਕੋਏ ਨੇ ਸਾਧ ਬਿਨੋ ਸਾਧ ਨੂੰ ਦੱਸੇ ਜਗ ਵਿੱਚ ਕੋਆ। ਸਾਧ ਤੋਂ ਬਿਨਾਂ ਦੁਨੀਆ ਨੂੰ ਥੰਮਣ ਨੂੰ ਕੋਈ ਸਮਰੱਥ ਨਹੀਂ ਸੀ। ਭਾਵੇਂ ਭੇਖਾਂ ਵਾਲੇ ਸਾਰੇ ਸਾਧੂ ਸਨ, ਪਰ ਮਨ ਨੂੰ ਸਾਧਨ ਵਾਲਾ ਗੁਰੂ ਨਾਨਕ ਸਾਹਿਬ ਜੈਸਾ ਕੋਈ ਦਿਸਦਾ ਨਹੀਂ ਸੀ ਦੁਨੀਆ ਵਿੱਚ। ਇਸ ਕਰਕੇ ਕਿਸੇ ਨੇ ਇਹ ਦੁਨੀਆ ਨੂੰ ਰੁੜੀ ਜਾਂਦੀ ਨੂੰ ਥੰਮਿਆ ਨਹੀਂ। ਇਸ ਪ੍ਰਕਾਰ ਧਰਮ ਉਦਾਸ ਹੋਏ ਦੀ ਰੱਖਿਆ ਕਰਨ ਵਾਸਤੇ ਕਲਯੁਗ ਉਧਾਰਿਆ ਗੁਰਦੇਵ। ਮਲ ਮੂਡ ਜੇ ਮੁਗਧ ਹੋਤੇ ਕੋਈ ਆਪਦੀ ਮੈਲ ਹੀ ਘੋੜੀ ਖਾਈ ਜਾਂਦੇ ਸੀ, ਕੋਈ ਪਿਸ਼ਾਬ ਨਿਆਣਿਆਂ ਨੂੰ ਜੰਮਦਿਆਂ ਨੂੰ ਪਿਸ਼ਾਬ ਹੀ ਪਿਆਈ ਜਾਂਦੇ ਸੀ ਅਕਲ ਮਾਰਨ ਵਾਸਤੇ। ਤੇ ਮੂਡ ਜਿਹੜੇ ਪੁਰਖ ਸਨ, ਬਖਈ ਪੁਰਖ ਸਨ, ਮੁਗਧ ਜਿਹੜੇ ਪਾਂਬਰ ਸਨ, ਸਭ ਲਗੇ ਤੇਰੀ ਸੇਵ। ਉਹਨਾਂ ਨੂੰ ਵੀ ਟਹਿਲ ਚਲਾਤਾ ਤਾਂ ਨਿਹਾਲ ਕਰਤਾ ਸੱਚੇ ਪਾਤਸ਼ਾਹ। ਐਡੇ ਉਪਕਾਰੀ ਆਪ ਸਤਿਗੁਰੂ ਜੰਮੇ ਪ੍ਰਗਟ ਹੋਏ ਸੰਸਾਰ ਦੇ ਅੰਦਰ, ਜਿਉਂ ਸਾਧੂ ਸਤਿਗੁਰੂ ਜੀ ਜਿਨ੍ਹਾਂ ਦੇ ਤਾਂ ਹੀ ਭੇਟੀਆਂ ਮਿਲ ਜਾਂਦੇ ਹਨ। ਸੋ ਦਰਗਹਿ ਹੋਏ ਖਲਾਸ। ਸਾਧ ਸੰਗਤ ਜੀ ਸਾਧੂਆਂ ਦਾ ਸੁਭਾਅ ਹੁੰਦਾ ਹੈ, ਜਿਹੜੇ ਲੱਖਣ ਕੀਤੇ ਹੈ ਇਸ ਪ੍ਰਕਾਰ ਕਹਿੰਦੇ, ਬੁਰੇ ਨਾਲ ਬੁਰਿਆਈ ਕਰਦੇ ਮਾਫ ਕਰਨ ਕਈ ਸਿਆਣੇ। ਕਈ ਬੁਰਿਆਂ ਨਾਲ ਬੁਰਿਆਈ ਕਰਦੇ ਹੈ ਤੇ ਕਈ ਸਿਆਣੇ ਐਸੇ ਚੱਲ ਵੀ ਉਹਦੀ ਬੁਰਿਆਈ ਮਾਫ ਕਰ ਦਿੰਦੇ ਆ। ਪਰ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਫਿਰ ਭਲਾਈ ਕਰਨੀ, ਉਹਨਾਂ ਨੂੰ ਬਖਸ਼ ਕੇ ਨਿਹਾਲ ਕਰ ਦੇਣਾ, ਇਹ ਗੁਰੂ ਨਾਨਕ ਦੀ ਵਡਿਆਈ ਹੈ। ਨਿੰਦਕ ਦੁਸ਼ਟ ਕੋਈ ਸਤਿਗੁਰ ਕੀ ਸ਼ਰਨ ਫਿਰ ਆਵੇ, ਪਿਛਲੇ ਔਗਣ ਬਖਸ਼ ਲੈ, ਸਤਸੰਗਤ ਨਾਲ ਰਲਾਵੇ। ਸੰਗਤ ਨਾਲ ਮੇਲ ਕਰਕੇ ਜਿਉਂ ਮੀਂਹ ਬੁੱਠਿਆ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਚਾਏ ਬੋਝ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਆਵੇ। ਇਹ ਵਡਿਆਈ ਸਤਿਗੁਰੂ ਨਿਰਵੈਰ ਵਿੱਚ ਜੋ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸ਼ਰਨ ਨਿੰਦਕ ਦੁਸ਼ਟ ਦੀ ਕੋਈ ਸੁਭਾਅ ਵਾਲਾ ਹੋਵੇ, ਜਿਹੜਾ ਸ਼ਰਨ ਆ ਜਾਏ ਉਸ ਨੂੰ ਬਖਸ਼ ਲੈਂਦੇ ਹੈ। ਐਸੇ ਸ੍ਰੇਸ਼ਟ ਸਤਿਗੁਰੂ ਜੀ ਹਨ ਜਿਨ ਕੋ ਸਾਧੂ ਭੇਟੀ ਹੈ। ਜਿਨ੍ਹਾਂ ਨੂੰ ਐਸੇ ਸ੍ਰੇਸ਼ਟ ਸਤਿਗੁਰੂ ਜੀ ਭੇਟੀਆਂ ਮਿਲ ਜਾਂਦੇ, ਪ੍ਰਾਪਤ ਹੋ ਜਾਂਦੇ ਹਨ। ਸੋ ਦਰਗਹਿ ਹੋਏ ਖਲਾਸ। ਉਹ ਇਸ ਸੰਸਾਰ ਦੀ ਦਰਗਾਹ ਵਿੱਚੋਂ ਵੀ ਖਲਾਸ ਮੁਕਤ ਹੋ ਜਾਂਦਾ ਹੈ ਅਤੇ ਦਰ ਜੋ ਪਰਮੇਸ਼ਰ ਦੀ ਦਰਗਾਹ ਹੈ ਉਸ ਵਿੱਚ ਵੀ ਇਹ ਛੁਟਕਾਰਾ ਪਾਉਂਦਾ ਹੈ। ਦਰ ਅੰਦਰ ਜਿਹੜੀ ਗਏ ਜਗ੍ਹਾ ਹੈ ਤੁਰਿਆ ਪਦ, ਉਹਦੇ 'ਚ ਜੋ ਰਾਜਸੀ ਤਾਮਸੀ ਸੁਭਾਅ ਕਖਾਏ ਦੋਸ਼ ਆਦਿਕ ਪਹੁੰਚਣ ਨਹੀਂ ਦਿੰਦੇ, ਉਹਨਾਂ ਤੋਂ ਵੀ ਛੁਟਕਾਰਾ ਪਾਉਂਦਾ ਹੈ। ਉਹ ਪਰਮੇਸ਼ਰ ਦੀ ਦਰਗਾਹ ਵਿੱਚ ਖਲਾਸ ਮੁਕਤ ਪੁਰਖ ਹੋ ਜਾਂਦਾ, ਆਪ ਮੁਕਤ ਹੋ ਜਾਂਦਾ। ਹੋਰਾਂ ਨੂੰ ਸੰਸਾਰ ਦੀ ਦਰਗਾਹ 'ਚੋਂ ਖਲਾਸੀ ਦੇਣ ਵਾਲਾ, ਛੁਟਕਾਰਾ ਦੇਣ ਵਾਲਾ ਆਪ ਮੁਕਤ ਕਰੇ ਸੰਸਾਰ। ਨਾਨਕ ਤੇ ਜਨ ਕੋ ਸਦਾ ਨਮਸਕਾਰ। ਕਰ ਕਿਰਪਾ ਪ੍ਰਭ ਆਪਣੀ। ਉਸ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ ਆਪਾਂ, ਹੇ ਮੇਰੇ ਪ੍ਰਭੂ ਅਕਾਲ ਪੁਰਖ, ਆਪਣੀ ਕਿਰਪਾ ਦ੍ਰਿਸ਼ਟੀ ਤੁਸੀਂ ਕਰੋ ਬਖਸ਼ਿੰਦ ਦਾਤਾ ਜੀ। ਤੇਰੇ ਦਰਸ਼ਨ ਹੋਏ ਪਿਆਸ। ਜਿਵੇਂ ਤੇਰੇ ਸੰਤ ਭਾਗੇ ਤੇਰੇ ਦਰਸ਼ਨ ਦੇ ਪਿਆਸੇ ਹਨ, ਇਵੇਂ ਮਹਾਰਾਜ ਦੇ ਦਰਸ਼ਨਾਂ ਦੀ ਸਾਨੂੰ ਪਿਆਸ ਲੱਗੇ, ਇੱਛਾ ਲੱਗੇ। ਅਸੀਂ ਹੋਰਨਾਂ ਚੀਜ਼ਾਂ ਦੇ ਪਿਆਸੇ ਬਣੇ ਰਹਿੰਦੇ ਹਾਂ, ਰੂਪ ਵੇਖਣ ਦੇ ਅਤੇ ਆਵਾਜ਼ਾਂ ਸੁਣਨ ਦੇ। ਤੇਰੇ ਦਰਸ਼ਨਾਂ ਦੀ ਪਿਆਸ ਸਾਨੂੰ ਹੋਵੇ, ਐਸੀ ਕਿਰਪਾ ਕਰੋ ਸੱਚੇ ਪਾਤਸ਼ਾਹ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਮਹਾਰਾਜ ਆਪ ਤੋਂ ਬਿਨਾਂ ਪ੍ਰਭੂ ਸਮਰੱਥ ਕੋਈ ਨਹੀਂ ਹੈ, ਹੋਰ ਸਾਰੇ ਅਲਪਦ ਹਨਗੇ। ਤੁਝੋ ਸਰਵ ਕਲਾ ਸਮਰੱਥ ਹਰਨ ਭਰਨ ਜਾ ਕਾ ਨੇਤਰ ਹੋਰ। ਆਪ ਤੋਂ ਬਿਨਾਂ ਪ੍ਰਭੂ ਨਾਲ ਰੱਖਿਆ ਕਰਨ ਵਾਲਾ ਵੀ ਕੋਈ ਨਹੀਂ ਹੈ ਸੱਚੇ ਪਾਤਸ਼ਾਹ। ਦੂਸਰਾ ਸਵਾਮੀ ਵੀ ਕੋਈ ਨਹੀਂ ਹੈ ਆਪ ਤੋਂ ਬਿਨਾਂ। ਨਾਨਕ ਕੀ ਅਰਦਾਸ। ਗਰੀਬ ਨਵਾਜ ਜੀ ਆਪਾਂ ਨੂੰ ਜਾਂਚ ਦੱਸਦੇ ਹਨ ਕਿ ਹੇ ਪਰਮੇਸ਼ਰ ਸਾਡੀ ਇਹ ਅਰਦਾਸ ਹੈ, ਇਉਂ ਭਾਈ ਬੇਨਤੀ ਕਰੋ, ਸਾਡੇ ਜਿਹੜੇ ਕਾਮ ਕਰੋ ਦੁਸ਼ਮਣ ਹਨ ਉਹਨਾਂ ਨੂੰ ਸਾਡੇ ਦਾਸ ਕਰ ਦਿਓ। ਇਹ ਜਿਹੜੇ ਸਗਲ ਦੂਤ ਮੇਰੀ ਸੇਵਾ ਲਾਏ, ਕਰੋ ਬੇਨਤੀ ਰਾਗ ਠਾਕਰ ਤੇ ਹਮ ਤੇਰੀ ਸਰਣਾਇਆ, ਦੇਖੋ ਅਚਰਜ ਭਇਆ। ਇਸ ਪ੍ਰਕਾਰ ਕਰੀਬ ਨਵਾਜ ਸੱਚੇ ਪਾਤਸ਼ਾਹ ਸਾਡੀ ਅਰਦਾਸ ਹੈ, ਆਪਦੇ ਅੱਗੇ ਬੇਨਤੀ ਹੈ। ਆਸਾੜ ਸੁਹੰਦਾ ਤਿਸ ਲੱਗੇ। ਇਹ ਜਿਸ ਵਿੱਚ ਆਸਾ ਦੇ ਪੱਖ ਲਾਉਂਦੇ ਹਨ, ਐਸਾ ਜਿਹੜਾ ਹਾੜ ਦੇ ਮਹੀਨੇ ਵੀ ਨਹੀਂ ਆਈ, ਕਲਯੁਗ ਦਾ ਜ਼ਮਾਨਾ ਤਪਿਆ ਹੋਇਆ, ਉਹਨਾਂ ਨੂੰ ਇਹ ਸੋਭਨੀਕ ਲੱਗਦਾ ਹੈ। ਕਲਯੁਗ ਉਧਾਰਿਆ ਗੁਰਦੇਵ, ਇਉਂ ਕਲਯੁਗ ਦੇ ਤਾਂ ਹੀ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਸਤਿਯੁਗ ਵਰਤਾਤਾ, ਸਤਿਯੁਗ ਆ ਲੀਨਾ। ਸਤਿਯੁਗ ਦੇ ਜਿਹੜੇ ਗੁਣ ਸੀ ਇਹਦੇ 'ਚ ਆ ਕੇ ਲੀਨ ਕਰਕੇ ਮਿਲਾ ਤੇ ਸੱਚੇ ਪਾਤਸ਼ਾਹ ਜੀ ਨੇ ਦੇਣੂ ਰਾਜੇ ਤੋਂ ਜੋ ਸ਼ੁਕਰਾਚਾਰਜ ਜੋ ਦੈਂਤਾਂ ਦਾ ਗੁਰੂ ਸੀ, ਉਹਦੀ ਦੇਵਚਾਨੀ ਲੜਕੀ ਦਾ ਸੱਤ ਤੋੜਿਆ ਸੀ ਖੂਹ ਤੇ ਪਾਣੀ ਭਰਦੀ ਦਾ। ਉਸ ਵੇਲੇ
ਬੇਨੂ ਰਾਜੇ ਦੇ ਇਸ ਪਾਪ ਕਰਕੇ 10,000 ਵਰ੍ਹਾ ਸਾਧ ਸੰਗਤ ਜੀ ਸਤਿਯੁਗ ਵਿੱਚ ਕਲਯੁਗ ਦਾ ਸਮਾਂ ਲੱਗ ਗਿਆ ਸੀ। ਉਹ ਸਤਿਯੁਗ ਦਾ ਸਮਾਂ ਜਿਹੜਾ 10,000 ਵਰ੍ਹੇ ਦਾ ਪਿੱਛੇ ਪਿਆ ਸੀ, ਉਸ ਨੂੰ ਸਤਿਯੁਗ ਤੇ ਕਲਯੁਗ ਚ ਲਿਆ ਕੇ ਗੁਰੂ ਸਾਹਿਬ ਲੀਨ ਕੀਤਾ ਹੈ। ਇਸ ਪ੍ਰਕਾਰ ਕਲਯੁਗ ਚ ਸਤਿਯੁਗ ਵਰਤਾ ਦਿੱਤਾ ਹੈ। ਪਰ ਸਤਿਯੁਗ ਚ ਨਾ ਇੱਕ ਜਿਹੜਾ ਆਦਮੀ ਕਰੇ ਸਾਰੇ ਦੇਸ਼ ਨੂੰ ਦੰਡ ਮਿਲਦਾ ਸੀ, ਤੇ ਇੱਥੇ ਜਿਹੜਾ ਇੱਕ ਕਰੇ ਉਹਨੂੰ ਸਾਧ ਸੰਗਤ ਜੀ ਨਗਰੀ ਨੂੰ ਦੰਡ ਮਿਲਦਾ ਸੀ। ਦੁਆਪਰ ਚ ਕਰੇ ਤਾਂ ਬੰਸ ਨੂੰ ਕੁਵੰਸ ਕਿਹਾ ਜਾਂਦਾ ਸੀ। ਕਲਯੁਗ ਜਿਹੜਾ ਫੇਰੇ ਹੋਈ ਪਾਵੇ, ਇਹ ਸੱਚਾ ਨਿਆਂ ਸੱਚੇ ਪਾਤਸ਼ਾਹ ਨੇ ਕੀਤਾ ਹੈ। ਇਸ ਪ੍ਰਕਾਰ ਆਸਾੜ ਸੁਹੰਦਾ ਤਿਸ ਇਹ ਲੱਗੈ ਆਸਾ ਦਾ ਹੜ ਜਿਹਦੇ ਚ ਵਗਦੇ ਹੈ, ਇਹੋ ਜਿਹਾ ਸਾਧ ਸੰਗਤ ਜੀ ਮਹੀਨਾ ਕਲਯੁਗ ਦਾ ਜ਼ਮਾਨਾ, ਇਹ ਆਸਾ ਰੂਪੀ ਜਿੱਥੇ ਭੱਖ ਲਾਉਂਦੇ ਹੈ ਉਹ ਸੋਭਨੀਕ ਉਹਨਾਂ ਨੂੰ ਲੱਗਦਾ ਹੈ। ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਚ ਹਰੀ ਅਕਾਲ ਪੁਰਖ ਦੇ ਪਵਿੱਤਰ ਚਰਨਾਂ ਦਾ ਨਿਵਾਸ ਹੈ, ਟਿਕਾ ਹੈ ਸਾਧ ਸੰਗਤ ਜੀ, ਜਿਨ੍ਹਾਂ ਦੇ ਵਿੱਚ ਚਰਨ ਸੱਚੇ ਪਾਤਸ਼ਾਹ ਦੇ ਟਿਕੇ ਰਹਿੰਦੇ ਹਰ ਵਕਤ, ਸਾਰੀਆਂ ਵਾਸ਼ਨਾ ਤੋਂ ਰਹਿਤ ਹੋ ਗਏ ਜੋ ਪੁਰਖ, ਉਹਨਾਂ ਨੂੰ ਇਹ ਹਾੜ ਦਾ ਮਹੀਨਾ ਬੜਾ ਸੋਭਨੀਕ ਲੱਗਦਾ ਹੈ ਤੇ ਸਦਾ ਨਿਹਾਲ ਹੁੰਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਭਾਗਾਂ ਵਾਲਿਓ, ਇਹ ਹਾੜ ਦੇ ਮਹੀਨੇ ਦੀ ਸੰਗਰਾਮ ਦੀ ਵਿਚਾਰ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਹੈ। ਸੋ ਨਿਹਾਲ ਹੋ ਕੇ ਧਾਰਨ ਕਰਕੇ ਆਪਣੇ ਜੀਵਨ ਨੂੰ ਉੱਚਾ ਬਣਾਈਏ। ਗੁਰੂ ਸਾਹਿਬ ਆਪਣੇ ਦੀ ਕਿਰਪਾ ਕਰਨ, ਆਪਦੀ ਪਿਆਰੀ ਸਿੱਖੀ ਸਾਨੂੰ ਬਖਸ਼ਣ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੇਵਾ ਸਿੰਘ ਤੁਲਕਈਏ ਨੇ ਇੱਥੇ ਕਵਿਤਾ ਸੁਣਾਈ ਸੀ। ਉਸ ਕਵਿਤਾ 'ਚ ਗੁਰਮਤਿ ਤੋਂ ਉਲਟ 3-4 ਗੱਲਾਂ ਕਹੀਆਂ ਸਨ। ਇੱਕ ਤਾਂ ਉਹਨੇ ਕਹੀ ਕੈਂਚੀ ਨਾਲ ਮੁੰਨ ਨਹੀਂ ਦੇਣੀ ਚਾਹੀਦੀ, ਇਹ ਕਿੱਡੀ ਅਯੋਗ ਗੱਲ ਹੈ। ਸਿੱਖਾਂ ਦੇ ਇਸ ਤਰ੍ਹਾਂ ਸਿਰ ਕੱਟਣੇ ਮੁੰਨਣੇ ਚੰਗੇ, ਇਹ ਯੋਗ ਨਹੀਂ ਉਹਨੂੰ ਇਸ ਤਰ੍ਹਾਂ ਦੇ ਉਚਾਰਨਾ। ਦੂਜਾ ਉਹਨੂੰ ਕਿਹਾ ਸੀ ਰੱਬ ਵੀ ਆ ਕੇ ਚਾਹ ਪੀਂਦਾ ਹੈ, ਉਹ ਚਾਹ ਕੇ ਜਗਤ ਨੂੰ ਪੈਦਾ ਕਰਨ ਦੀ ਤੇ ਪਾਲਣਾ ਕਰਨ ਦੀ ਪੀਂਦਾ ਹੈ। ਉਹ ਪਰਮੇਸ਼ਰ ਜੇ ਚਾਹ ਵਾਲਾ ਤਾਂ ਉਹਨੂੰ ਫਿਰ ਚਾਹ ਕਿਹੜਾ ਮਿਲੇਗਾ। ਉਹ ਸ੍ਰਿਸ਼ਟੀ ਦਾ ਸਾਰੀ ਦਾ ਕਰਤਾ ਹੋਇਆ ਅਸੰਗ ਹੈ। ਉਹ ਛਿੰਦੇ ਵਿੱਚ ਕਰ ਵੀ ਲੈਂਦਾ, ਘਾਹ ਵੀ ਲੈਂਦਾ, ਉਹ ਕਿਸੇ ਪ੍ਰਕਾਰ ਦੀ ਉਹਦੇ ਅੰਦਰ ਚਾਹਨਾ ਨਹੀਂ, ਉਹ ਸਦਾ ਅਸੰਗ ਰੂਪ ਹੈ। ਤੀਜਾ ਇਹ ਬਚਨ ਕਿਹਾ ਸੀਗਾ ਕਿ ਗੁੱਤਾਂ ਹੀ ਚੰਗੀਆਂ, ਗੁਰਮਤਿ ਦੇ ਅਨੁਸਾਰ ਗੁੱਤ ਵੀ ਕਰਨ ਦੇ ਯੋਗ ਨਹੀਂ। ਇਹਨਾਂ ਗੱਲਾਂ ਨੂੰ ਆਪਦੀਆਂ ਨੂੰ ਝੂਠੀਆਂ ਨੂੰ ਛੱਡ ਦੇਣਾ ਚਾਹੀਦਾ। ਉਹਨੂੰ ਜੇ ਕਵਿਤਾ ਬਣਾਉਣੀ ਚੰਗੀ ਬਣਾਇਆ ਕਰ, ਨਹੀਂ ਚੁੱਪ ਹੀ ਰਿਹਾ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਆਪਣੇ ਨੂੰ ਸਫਲਾ ਕੀਤਾ ਸੁਣ ਕੇ ਹੁਣ ਸੁਣੋ ਗੁਰੂ ਮਹਾਰਾਜ ਸਾਹਿਬ ਜੀ ਸਾਉਣ ਦੇ ਮਹੀਨੇ ਦੁਆਰਾ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਸਾਵਣ ਸਰਸੀ ਕਾਮਣੀ, ਹਜ਼ੂਰ ਫਰਮਾਉਂਦੇ ਨੇ ਸਾਵਣ ਸਰਸੀ ਕਾਮਣੀ। ਸਾਉਣ ਦੇ ਮਹੀਨੇ ਦੇ ਵਿੱਚ ਜਿਵੇਂ ਇਸਤਰੀਆਂ ਜਿਹੜੀਆਂ ਪਤੀ ਦੇ ਨਾਲ ਪਿਆਰ ਕਰਨ ਵਾਲੀਆਂ ਹੁੰਦੀਆਂ, ਬਹੁਤ ਪ੍ਰਸੰਨਤਾ ਦੇ ਸਹਿਤ ਰਸਦੇ ਹੁੰਦੀਆਂ ਹਨ। ਚਰਨ ਕਮਲ ਸਿਉ ਪਿਆਰ, ਜਿਸ ਇਸਤਰੀ ਦਾ ਆਪਣੇ ਪਤੀ ਵੱਲ ਧਰਮ ਕਾਇਮ ਹੈ, ਆਪਣੇ ਪਤੀ ਬਿਨਾਂ ਹੋਰ ਕਿਸੇ ਵੱਲ ਖੋਟੀ ਨਿਗਾਹ ਨਾਲ ਨਹੀਂ ਤੱਕਦੀ, ਜਿਹਨਾਂ ਦੇ ਅੰਦਰ ਵੱਡਿਆਂ ਨੂੰ ਪਿਤਾ ਸਮਝਦੀ ਹੈ, ਛੋਟਿਆਂ ਨੂੰ ਪੁੱਤਰ ਸਮਝਦੀ ਹੈ, ਬਰਾਬਰ ਦਾ ਨੂੰ ਭਾਈ ਸਮਝਦੀ ਹੈ, ਜੋ ਮਾਪਿਆਂ ਨੇ ਪਤੀ ਦਿੱਤਾ ਉਹਨੂੰ ਪਰਮੇਸ਼ਰ ਰੂਪ ਕਰਕੇ ਜਾਣਦੀ ਹੈ, ਉਹਨਾਂ ਸਤੀਆਂ ਦੀਆਂ ਬੜੀਆਂ ਬੜੀਆਂ ਕਥਾ ਹਨ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਸਤੀਆਂ ਦੇ ਸੱਤ ਨੂੰ ਤੋੜਨ ਵਾਸਤੇ, ਜਿਵੇਂ ਅਨਸੂਆ ਸਤੀ ਦੇ ਸੱਤ ਨੂੰ ਤੋੜਨ ਵਾਸਤੇ ਸਾਧ ਸੰਗਤ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਯਤਨ ਕੀਤਾ ਸੀ। ਇਹ ਜਦੋਂ ਇਹਨਾਂ ਦੇ ਪ੍ਰੇਰੇ ਹੋਏ ਕਿ ਇਹਦੀ ਅਨਸੂਆ ਦੀ ਮਹਿਮਾ ਕਿਉਂ ਹੈ, ਉਸ ਵਕਤ ਸਾਧ ਸੰਗਤ ਜੀ ਇਹ ਤਿੰਨੇ ਦੇਵਤੇ ਨੂੰ ਮੋਹਿਤ ਕਰਨ ਵਾਸਤੇ ਬ੍ਰਹਮਾ ਵਿਸ਼ਨੂੰ ਸ਼ਿਵ ਆਏ। ਲక్ష్ਮੀ ਦੇ ਤੇ ਸਵਿਤਰੀ ਦੇ ਪ੍ਰੇਰੇ ਹੋਏ ਤੇ ਪਾਰਵਤੀ ਦੇ ਜਦੋਂ ਆਏ, ਕਹਿੰਦੀ ਜੇ ਮੈਂ ਸਦ ਵਾਲੀ ਹਾਂ ਤਾਂ ਇਹ ਲੜਕੇ ਬਣ ਜਾਣ। ਇਹ ਲੜਕੇ ਬਣ ਕੇ ਕੁੱਛੜ ਚੱਕ ਲਏ ਤਿੰਨੇ। ਫਿਰ ਰੋਂਦੀਆਂ ਫਿਰਨ ਲక్ష్ਮੀ ਤੇ ਪਾਰਵਤੀ ਤੇ ਸਵਿਤਰੀ, ਕਹਿਣ ਸਾਡਾ ਉਹ ਪਤੀ ਬਣਾ ਦਿਓ। ਕਹਿੰਦੇ ਤੁਸੀਂ ਮੇਰੇ ਸੱਤ ਨੂੰ ਤੋੜਨ ਵਾਸਤੇ ਲੱਗੀਆਂ ਸੀ, ਵੇਖੋ ਪਰਮੇਸ਼ਰ ਦੀ ਸ਼ਕਤੀ, ਮੇਰੇ ਸੱਤ ਦੀ ਤਾਕਤ, ਇਹ ਨਿਆਣੇ ਬਣ ਗਏ ਕਿ ਨਾ ਹੁਣ ਜਵਾਕ ਚੱਕੀ ਫਿਰੋ ਤੁਸੀਂ। ਸੋ ਇਹ ਸੁਣ ਕਰਕੇ ਬੜੀਆਂ ਸ਼ਰਮਿੰਦੀਆਂ ਹੋਈਆਂ। ਫਿਰ ਭੁੱਲ ਮੰਨ ਕੇ ਚਲੀਆਂ ਗਈਆਂ। ਦੁਬਾਰਾ ਫਿਰ ਇਹਦਾ ਅਨਸੂਆ ਦਾ ਸੱਤ ਤੋੜਨ ਵਾਸਤੇ ਯਤਨ ਕੀਤਾ। ਜੋ ਯਤਨ ਕੀਤਾ ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨੇ ਹੀ ਆਏ। ਅਨਸੂਆ ਨੂੰ ਕਿਹਾ ਬਿਰਛ ਬਣ ਜਾਓ ਤੁਸੀਂ। ਬ੍ਰਹਮਾ ਪਿੱਪਲ ਬਣ ਗਿਆ, ਵਿਸ਼ਨੂੰ ਬਰੋਟਾ ਬਣ ਗਿਆ ਅਤੇ ਸ਼ਿਵ ਜੀ ਨਿੰਮ ਬਣ ਗਿਆ। ਉਦੋਂ ਦੇ ਤਿੰਨੋਂ ਤਰਵੇਣੀ ਨੂੰ ਲੋਕ ਪਾਣੀ ਪਾਉਂਦੇ ਫਿਰਦੇ ਆ। ਇਹ ਅਨਸੂਆ ਦੇ ਸਾਧੇ ਨਾਲ ਬਿਰਛ ਬਣ ਗਏ ਸਨ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਇਹ ਮੋਹਿਤ ਕਰਨ ਵਾਸਤੇ ਆਏ। ਇਹਨੂੰ ਬੜੇ ਸਾਖੀਆਂ ਆਉਂਦੀਆਂ, ਪ੍ਰਸੰਗ ਆਉਂਦੀਆਂ ਦੱਤਾਤਰੇय ਦੇ ਸਾਧ ਸੰਗਤ ਜੀ ਪ੍ਰਸੰਗ ਦੇ ਵਿੱਚ। ਇਸ ਪ੍ਰਕਾਰ
ਜਿਹੜਾ ਸੱਤ ਕੋਈ ਤੋੜਨਾ ਚਾਹੇ ਉਹ ਸਤੀ ਦਾ ਸੱਤ ਨਹੀਂ ਟੁੱਟ ਸਕਦਾ। ਜਿਹੜੀ ਭਾਗਾਂ ਵਾਲੀ ਹੋਵੇ ਉਹਦੇ ਸ਼ਕਤੀਆਂ ਦੀ ਮਾਲਕ ਹੋ ਜਾਂਦੀ ਹੈ। ਜਿਵੇਂ ਤੀਜੇ ਪਾਤਸ਼ਾਹ ਹਜ਼ੂਰ ਕਾਬਲ ਚੋਂ ਮਾਈ ਸੇਵਾ ਆ ਕੇ ਬੌਲੀ ਸਾਹਿਬ ਦੀ ਸੇਵਾ ਕਰਦੀ ਰਹੀ ਸੀ। ਪੰਜਵੇਂ ਪਾਤਸ਼ਾਹ ਵਕਤ ਰਹੀ ਹੈ ਉਸ ਮਾਈ ਅੰਮ੍ਰਿਤਸਰ ਸਾਹਿਬ ਦੀ ਸੇਵਾ ਚਾਉਣੇ ਕਰਕੇ ਮਾਈ ਸੇਵਾ ਦਾ ਬਾਜ਼ਾਰ ਮਸ਼ਹੂਰ ਹੈ। ਸਾਧ ਸੰਗਤ ਜੀ, ਮਾਈ ਭਾਗ ਭਰੀ ਸੀਗੀ ਕਸ਼ਮੀਰ ਵਾਲੀ, ਜਿਹਨੂੰ ਛੇਵੇਂ ਪਾਤਸ਼ਾਹ ਜਾ ਕੇ ਦਰਸ਼ਨ ਦਿੱਤੇ ਸੀ। ਇਹ ਮਾਈ ਸੇਵਾ ਸੀ ਕਾਬਲ ਵਾਲੀ, ਜਿਸ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਸੋਂ ਮੰਜੀ ਦੀ ਬਖਸ਼ਿਸ਼ ਹੋਈ ਸੀ। ਇਸ ਪ੍ਰਕਾਰ ਦੀਆਂ ਤਾਕਤਾਂ ਵਾਲੀਆਂ ਬੀਬੀਆਂ ਸੱਤ ਵਾਲੀਆਂ ਹੁੰਦੀਆਂ ਜਿਹੜੀਆਂ ਪਤੀਵਰ ਧਰਮ ਰੱਖਣ ਵਾਲੀਆਂ ਹੁੰਦੀਆਂ ਹਨ। ਸੋ ਉਹਨਾਂ ਦੀ ਬਾਬਤ ਹਜ਼ੂਰ ਜ਼ਿਕਰ ਕਰਦੇ ਆ ਦ੍ਰਿਸ਼ਟਾਂਤ ਦੇ ਕੇ ਸਾਵਣ ਸਰਸੀ ਕਾਮਣੀ। ਉਹ ਕਾਮਣੀ ਪਤੀ ਦੀ ਚਾਹ ਵਾਲੀਆਂ ਜਿਹੜੀਆਂ ਭਾਗਾਂ ਵਾਲੀਆਂ ਇਸਤਰੀਆਂ ਆਪਣੇ ਪਤੀ ਬਿਨਾਂ ਹੋਰ ਪਾਸੇ ਅਵਰਾਂ ਦੇਖ ਨਾ ਸੁਣੇ ਅਪਾਕੇ, ਨਾ ਹੋਰ ਨਾ ਉਹਦੇ ਪਤੀਆਂ ਦੇ ਰੂਪ ਵੇਖਦੀਆਂ, ਨਾ ਕਿਸੇ ਦੀਆਂ ਸੋਭਾ ਸੁਣਦੀਆਂ, ਨਾ ਕਿਸੇ ਨਾਲ ਗੁਪਤ ਗੱਲਾਂ ਕਰਦੀਆਂ। ਇਹ ਗੁਣ ਜਿਨ੍ਹਾਂ ਬੀਬੀਆਂ ਦੇ ਅੰਦਰ ਹੋਣਗੇ ਉਹ ਐਸੀ ਸਹਿਤ ਰਸ ਦੇ ਆਨੰਦ ਦੇ ਸਹਿਤ ਅਦਕਤਾ ਦੇ ਸਹਿਤ ਹੁੰਦੀ। ਉਹ ਕਾਮਣੀ ਚਾਹਵਾਨ ਇਸਤਰੀ ਚਰਨ ਕਮਲ ਸਿਉ ਪਿਆਰ। ਜਿਸ ਦਾ ਆਪਣੇ ਪਤੀ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ, ਹਰ ਵਕਤ ਪਤੀ ਦੇ ਚਰਨਾਂ ਕਮਲਾਂ ਦੇ ਪਿਆਰ ਜੁੜੀ ਰਹਿੰਦੀ ਹੈ। ਹੋਰ ਪਿਆਰ ਉਹਦਾ ਕਿਸੇ ਨਾਲ ਨਹੀਂ ਹੈ। ਸਾਰਿਆਂ ਪਿਆਰਾਂ ਨੂੰ ਛੱਡ ਕੇ ਆਪਣੇ ਪਤੀ ਨੂੰ ਪ੍ਰਾਣਾਂ ਦਾ ਪਿਆਰਾ ਸਮਝਦੀ ਹੈ। ਐਸੀ ਜਿਹੜੀ ਹੈ ਉਹ ਸਹਿਤ ਰਸ ਦੇ ਹੁੰਦੀ ਹੈ ਇਸਤਰੀ। ਇਸੇ ਪ੍ਰਕਾਰ ਸਾਧ ਸੰਗਤ ਜੀ ਸਤੀ ਦਾ ਤੇ ਸਾਧੂ ਦਾ ਇੱਕੋ ਹੀ ਸੁਭਾਅ ਹੋਣਾ ਚਾਹੀਦਾ ਹੈ। ਜਿਵੇਂ ਸਤੀ ਪਤਿਵਰਤਾ ਹੁੰਦੀ ਹੈ ਇਵੇਂ ਮਹਾਤਮਾ ਨੂੰ ਵੀ ਪਰਮੇਸ਼ਰ ਦੀ ਓਟ ਹੀ ਰੱਖਣੀ ਚਾਹੀਦੀ ਹੈ। ਉਸ ਵਾਹਿਗੁਰੂ ਤੋਂ ਬਿਨਾਂ ਹੋਰ ਟੇਕ ਨਹੀਂ ਕੋਈ ਰੱਖਣੀ ਚਾਹੀਦੀ, ਕਿਉਂਕਿ ਸਤੀ ਉਹ ਹੀ ਕਹਾ ਸਕਦੀ ਹੈ ਬਿਨ ਪਿਰ ਪੁਰਖ ਨਾ ਜਾਣੇ। ਜਿਹੜੀ ਆਪਦੀ ਪਤੀ ਤੋਂ ਬਿਨਾਂ ਹੋਰ ਮਰਦ ਨਹੀਂ ਸਮਝਦੀ, ਸਾਰਿਆਂ ਨੂੰ ਇਸਤਰੀਆਂ ਦੀ ਨਿਆਈ ਵੇਖਦੀ ਹੈ, ਉਹ ਸਤ ਵਾਲੀ ਬੀਬੀ ਹੋ ਸਕਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਹੀ ਸੰਤ ਭਗਤ ਹੋ ਸਕਦੇ ਹੈ ਜਿਹੜੇ ਬਿਨਾਂ ਵਾਹਿਗੁਰੂ ਤੋਂ ਉਹਨੂੰ ਸਰਵ ਕਲਾ ਸਮਰੱਥ ਹੋਰ ਕਿਸੇ ਨੂੰ ਨਹੀਂ ਜਾਣਦੇ। ਉਹਨਾਂ ਦੀ ਇਹ ਨਿਸ਼ਚਾ ਹੈ ਕਿ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਕਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ। ਸਿਮਰ ਸਾਸਤਰ ਭੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਤਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ। ਇਸ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ਰ ਦੇ ਜੋ ਬੋਲ ਚਾਲ ਹੈ ਉਹ ਵੀ ਵਾਹਿਗੁਰੂ ਵੱਲੋਂ ਹੀ ਉਹਨਾਂ ਦੀ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਜਿਹੜੇ ਮਹਾਤਮਾ ਜਨ ਹਨ ਉਹ ਪਰਮੇਸ਼ਰ ਦੇ ਚਾਹਵਾਨ ਹਨ। ਉਹ ਸਹਿਤ ਰਸਦੇ ਸਾਉਣ ਦਾ ਮਹੀਨਾ ਕਿਹੜਾ ਸ਼ੌਂਕ ਅਵਸਥਾ ਹੈ, ਜਿਹੜਾ ਸ਼ੌਂਕ ਅੰਦਰ ਪੈਦਾ ਹੋਣਾ। ਸ਼ੌਂਕ ਵਾਲਿਆਂ ਦੀਆਂ ਭਾਈ ਨੰਦ ਲਾਲ ਜੀ ਨਿਸ਼ਾਨੀਆਂ ਦੱਸੀਆਂ ਆ ਸਰਦੋ ਰੰਗ ਜਰਦੋ ਨੈਣ ਤਰ। ਸਵਾਸ ਜੀ ਦੇ ਸ਼ਬਦ ਠੰਡੇ ਆਉਂਦੇ ਰਹਿਣ ਹਰ ਵਕਤ ਤੇ ਰੰਗ ਪੀਲਾ ਪੈ ਜਾਵੇ, ਨੇਤਰ ਹਰ ਵਕਤ ਤਰ ਰਹਿਣ। ਜਿਨ੍ਹਾਂ ਬਾਤ ਹਜ਼ੂਰ ਨੂੰ ਕਿਹਾ ਮੈਂ ਨੀਰ ਬਹੇ ਦਾ ਚੱਲੇ ਜੀ, ਨੀਰ ਦੇ ਪ੍ਰੇਮ ਦੇ ਪ੍ਰਵਾਹ ਦੇ ਵਾੜੇ ਚੱਲਦੇ ਰਹਿਣ, ਪਖੰਡੀ ਨਾ ਹੋਵੇ। ਇਹੋ ਜਿਹਾ ਨਾ ਹੋਵੇ ਅੱਖਾਂ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ 'ਚ ਤੇਲ ਦੀਆਂ ਸ਼ੀਸ਼ੀਆਂ 'ਚ ਤਪ ਤੇਲ ਪਾ ਲੈਣਾ ਤੇ ਮਗਰੋਂ ਲੋਕਾਂ ਨੂੰ ਰੋ ਕੇ ਵਿਖਾਉਣਾ ਇਹਨੂੰ ਖਾਨੀ ਵਿਰਾਗ ਹੀ ਹੋਇਆ। ਇਹੋ ਜਿਹਾ ਪਖੰਡੀ ਨਾ ਹੋਵੇ, ਸੁੱਤੇ ਨੇਤਰਾਂ ਵਿੱਚੋਂ ਪ੍ਰੇਮ ਦਾ ਪ੍ਰਵਾਹ ਚੱਲਦਾ ਰਹੇ। ਅਤੇ ਇਸ ਪ੍ਰਕਾਰ ਸਾਥ ਨਹੀਂ ਕੰਮ ਖਾਣਾ ਹੋ ਜਾਵੇ, ਕੰਮ ਬੋਲਣਾ ਹੋ ਜਾਵੇ ਅਤੇ ਸੌਣਾ ਉਹਨੂੰ ਕੋਈ ਭੁੱਲ ਜਾਵੇ ਜਿਸ ਦੇ ਤਾਈਂ। ਇਹ 6 ਚਿੰਨ੍ਹ ਹੋਣ। 7ਵਾਂ ਚਿੰਨ੍ਹ ਸਾਧ ਸੰਗਤ ਜੀ ਬੇਸਬਰ ਹੋਵੇ, ਦਿਨ ਮਿਲਵੇ ਨਾ ਹੀ ਸੰਤੋਖਾ, ਦੇਖ ਨਾਨਕ ਦਰਸ਼ਨ ਜੀਜੈ ਇਹੋ ਜਿਹਾ ਹੋਵੇ। ਤੇ ਫੇਰ ਸਾਧ ਸੰਗਤ ਜੀ ਬੇਸਬਰ ਤੇ ਬੇਖਿਆਲ ਹੋਵੇ। ਕੋਈ ਕਿੰਨੇ ਖਿਆਲ ਦੇਵੇ, ਕੋਈ ਕਿੰਨੀਆਂ ਗੱਲਾਂ ਸਿਆਣਪ ਦੀਆਂ ਸੁਣਾਵੇ। ਸਹਿ ਸਿਆਣਪ ਪਵੇ ਨਾ ਤਾਉ, ਹਜ਼ਾਰਾਂ ਸਿਆਣਪਾਂ ਦਾ ਚਿੱਤੇ ਤਾ ਨਾ ਪਵੇ। ਵਾਹਿਗੁਰੂ ਦੇ ਪਿਆਰ 'ਚ ਹੀ ਰੰਗਿਆ ਰਹੇ, ਕਿਉਂ ਬੇਖਿਆਲ ਹੋਵੇ। 8 ਇਹ ਤੇ ਇੰਤਜ਼ਾਰੀ ਬੇਕਰਾਰੀ, ਇੰਤਜ਼ਾਰੀ ਰੱਖੇ ਕਦੋਂ ਹੁਣ ਵੀ ਮਿਲਿਆ ਤੇ ਕਰਾਰ ਨਾ ਵੱਜੇ ਜਿੰਨਾ ਚਿਰ ਦਰਸ਼ਨ ਨਾ ਹੋਣ। ਇਹ 10 ਨਿਸ਼ਾਨੀਆਂ ਹਨ ਮਹਾਰਾਜ ਦੇ ਪਿਆਰਿਆਂ ਦੀਆਂ। ਇਹ ਸਹਿਤ ਰਸਤੇ ਇਹ ਸਾਉਣ ਦਾ ਮਹੀਨਾ ਸ਼ੌਂਕ ਅਵਸਥਾ ਜਿਹਨੂੰ ਇਹ 10 ਨਿਸ਼ਾਨੀਆਂ ਵਾਲੇ ਭਾਈ ਨੰਦ ਲਾਲ ਜੀ ਨੇ ਗਿਣੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸ਼ੌਂਕ ਅਵਸਥਾ ਰੂਪੀ ਸਾਉਣ ਦਾ ਮਹੀਨਾ ਹੈ। ਸਾਵਣ ਸਰਸੀ ਕਾਮਣੀ, ਉਹ ਸਹਿਤ ਰਸਦੇ ਕਾਮਣੀਆਂ ਚਾਹਵਾਨ ਮਹਾਤਮਾ ਸਖੀਆਂ ਹਨ ਜਿਨ੍ਹਾਂ ਨੂੰ ਪਰਮੇਸ਼ਰ ਦੇ ਮਿਲਣ ਦੀ ਕਾਮਨਾ ਹੈ। ਹੋਰ ਸਾਰੀਆਂ ਕਾਮਨਾ ਮਿਟ ਗਈਆਂ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਹੈ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਓ ਫਿਰ ਭਇਓ ਦਰਸ਼ਨ ਦੇਖੇ। ਇਸ ਪ੍ਰਕਾਰ ਦੀ ਕਾਮਨਾ ਹੈ। ਬਿਨਾਂ ਦਰਸ਼ਨ ਤੋਂ ਹੋਰ ਭੁੱਖ ਨਹੀਂ ਹੈ। ਰਿਧੀਆਂ ਸਿੱਧੀਆਂ ਦੀ ਕੋਈ ਚਾਹਨਾ ਨਹੀਂ ਹੈ। ਮੁਕਤ ਬਪੜੀ ਪੀ ਗਿਆਨੀ ਤਿਆਗੇ, ਮੁਕਤੀਆਂ ਦੀ ਵੀ ਲੋੜ ਨਹੀਂ। ਸਲੋਕ ਸਮੀਪ ਸਰੂਪ ਸੂਰਜ ਸਰਗੁਣ ਦੀਆਂ ਜਿਹੜੀਆਂ ਮੁਕਤੀਆਂ ਹਨ ਬਰਵਾ ਨਦੀ ਤੇ
ਇਸ਼ਨਾਨ ਕਰਾ ਕੇ ਉਹ ਵੈਸ਼ਨੋ ਮਤ ਅਨੁਸਾਰ ਉਹਦਾ ਸੂਖਮ ਸਰੀਰ ਝੜ ਜਾਂਦਾ ਹੈ। ਕਾਰਨ ਦੇ ਵਿੱਚ ਫਿਰ ਉਸ ਨੂੰ ਸ਼ਲੋਕ ਦੀ ਪ੍ਰਾਪਤੀ ਨੂੰ ਮੁਕਤੀ ਦੀ ਦੇਹ ਤੈ ਮਿਲ ਜਾਂਦੀ ਹੈ। ਫਿਰ ਕਾਰਨ ਦੇ ਨੂੰ ਉਸ ਨੂੰ ਸਮੀਪ ਮੁਕਤੀ ਮਿਲ ਜਾਂਦੀ ਹੈ। ਫਿਰ ਸਰੂਪ ਮੁਕਤੀ ਉਹ ਹੈ ਜਾਂ ਚਾਰ ਭੁਜਾਂ ਵਾਲਾ ਸ਼ਾਮ ਰੂਪ ਬਣ ਜਾਂਦਾ ਹੈ। ਇਸੇ ਪ੍ਰਕਾਰ ਸਜਜ ਮੁਕਤੀ ਇੱਕ ਵਕਤ 1000 ਦੇ ਧਾਰ ਕੇ 1000 ਕੰਮ ਕਰ ਸਕਦਾ ਹੈ। ਇਹ ਸਜਜ ਮੁਕਤੀ ਹੈ। ਇਹ ਜਿਹੜੀਆਂ ਮੁਕਤੀਆਂ ਬਕੁੰਠ ਦੀਆਂ ਵੈਸ਼ਨੋ ਦੇ ਮਤ ਅਨੁਸਾਰ ਬਰਵਾ ਨਦੀ ਆਉਂਦੀ ਹੈ, ਕਹਿੰਦੇ ਰਾਹ 'ਚ ਉਹਦੀ ਸੂਖਮ ਸਰੀਰ ਝੜ ਜਾਂਦਾ ਹੈ। ਇਹ ਵੈਸ਼ਨੋ ਦਾ ਮਤ ਹੈ। ਤੇ ਫਿਰ ਉਹਨਾਂ ਨੂੰ ਇਹ ਚਾਰ ਮੁਕਤੀਆਂ ਵਾਲੀਆਂ ਦੇਹਾਂ ਮਿਲ ਜਾਂਦੀਆਂ, ਦੇਹਾਂ ਧਾਰ ਲੈਂਦੇ ਆ। ਇਸ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਇਹਨਾਂ ਨੂੰ ਵੀ ਮਹਾਰਾਜ ਕਹਿੰਦੇ ਮੁਕਤ ਬਪਲੀ ਦੀ ਗਿਆਨੀ ਤਿਆਗੇ। ਤੇ ਬਕੁੰਠ ਦਾ ਆਨੰਦ ਕਈ ਬਕੁੰਠ ਨਹੀਂ ਲਵੇ ਲਾਗੇ। ਬਕੁੰਠਾਂ ਦੇ ਆਨੰਦ ਵੀ ਉਹਨਾਂ ਦੇ ਸਦਾਰਥ ਜੋ ਜੀਵਨ ਮੁਕਤੀ ਦਾ ਆਨੰਦ ਹੈ, ਇਹ ਸਾਖਿਆਤ ਆਨੰਦ ਹੈ, ਹਸਤਾਵਲਵਤ ਗਿਆਨ ਹੈ। ਅਤੇ ਉਹ ਹੈ ਸਾਧ ਸੰਗਤ ਦੀ ਪਰੋਖ, ਮਗਰੋਂ ਕਦੋਂ ਮਰ ਕੇ ਜਾਣਾ ਤੇ ਕਦੋਂ ਵੇਖਣਾ। ਇਸ ਪ੍ਰਕਾਰ ਉਹਨਾਂ ਦੇ ਅੰਦਰ ਹੋਰ ਕੋਈ ਕਾਮਨਾ ਨਹੀਂ ਰਹੀ, ਦਰਸ਼ਨਾਂ ਦੀ ਪਿਆਸ ਹੈ। ਇਸ ਪ੍ਰਕਾਰ ਦੇ ਜਿਹੜੇ ਪ੍ਰੇਮੀ ਹਨ, ਚਰਨ ਕਮਲ ਸਿਓ ਪਿਆਰ, ਹਜ਼ੂਰ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ। ਚਰਨ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਭਾਈ ਨੰਦ ਲਾਲ ਨੂੰ ਪੁੱਛਿਆ ਸੀ, ਮਹਾਰਾਜ ਆਦਿ ਪਵਿੱਤਰ ਚਰਨ ਕਿਹੋ ਜਿਹੇ ਹਨ? ਇਹਨਾਂ ਚਰਨਾਂ ਦੀ ਬਾਤ ਇੱਕ ਪ੍ਰੇਮੀ ਨੇ ਉਹ ਕਿਹਾ ਹੈ ਕਿ ਜੋਈ ਪਾਦ ਲక్ష్ਮੀ ਝਸ ਮੰਜ ਦੀਨਾਨਾਥ, ਜੋਈ ਪਾਦ ਨਾਂਗੇ ਦੌਰੇ ਗਜ ਹਿੱਤ ਹੇਰੇ ਹੈ। ਜਿਨ੍ਹਾਂ ਚਰਨਾਂ ਨੂੰ ਚਰਨ ਸਰੰਜੇ ਬਸ ਭਵਾਨੀ, ਪਾਸ ਬੈਠੀ ਬੀਬੀ ਕਵਲਾ ਦਾਸੀ ਲక్ష్ਮੀ ਦਾਸੀ ਬਣ ਕੇ ਚਰਨਾਂ ਨੂੰ ਚੱਟ ਰਹੀ ਹੈ। ਜਿਨ੍ਹਾਂ ਦੇ ਤਾਈਂ ਉਹ ਸਰਗੁਣ ਸਰੂਪ ਦੇ ਪਵਿੱਤਰ ਚਰਨ। ਅਤੇ ਜੋਈ ਪਾਦ ਨਾਂਗੇ ਦੌਰੇ ਗਜ ਹਿੱਤ ਹੇਰੇ ਹੈ। ਜਿਹੜੇ ਹਰੀਹਰ ਖੇਤਰ 'ਚ ਹਾਥੀ ਨੂੰ ਤਨਵੇ ਨੇ ਪਕੜ ਲਿਆ ਸੀ, ਉਹਦੇ ਛਡਾਉਣ ਵਾਸਤੇ ਜਦੋਂ ਪਰਾਵਾਣੀ ਦੁਆਰਾ ਹਾਥੀ ਨੂੰ ਮਾਰੇ ਨੂੰ ਚੇਤੇ ਕੀਤਾ ਸੀ, ਉਸ ਵੇਲੇ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਭਾਇ ਦਾਨ ਤੇ ਦੀਨਾ। ਕਰ ਧੋਏ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਵਾਰ ਜਲੇ। ਹੱਥ ਵਿੱਚ ਸੁਦਰਸ਼ਨ ਚੱਕਰ ਲੈ ਕੇ ਬਕੁੰਠ ਤੋਂ ਆ ਕੇ ਜਿਹੜਾ ਐਰਾਪਤ ਹਾਥੀ ਸੀ, ਉਸ ਦੇ ਪ੍ਰਾਣਾਂ ਨੂੰ ਬਚਾਇਆ, ਤੰਦੂਰੀਆਂ ਤਾਰਾਂ ਤੋੜੀਆਂ ਸਨ ਗਈਆਂ। ਜੋਈ ਪਾਲ ਨਾਂਗੇ ਦੌਰੇ ਨੰਗੇ ਚਰਨੀ ਆਏ ਸੀ, ਨਾ ਵਾਹਨ ਤੇ ਨਾ ਕੋਈ ਕਿਸੇ ਪ੍ਰਕਾਰ ਲక్ష్ਮੀ ਆਦਿਕਾਂ ਨੂੰ ਕਿਸੇ ਨੂੰ ਨਾਲ ਨਹੀਂ ਸੀ ਲਿਆ। ਜੋਈ ਪਾਲ ਨਾਂਗੇ ਦੌਰੇ ਗਜ ਹਿੱਤ ਹੇਰੇ ਹੈ। ਜੋਈ ਪਾਲ ਗੌਤਮ ਕੀ ਨਾਰ ਕੋ ਸੁਖਦ ਪਏ। ਜਿਹੜੇ ਚਰਨ ਸੱਚੇ ਪਾਤਸ਼ਾਹ ਗੌਤਮ ਦੀ ਇਸਤਰੀ ਸਿਰਾ ਬਣੀ ਸੀ, ਗੌਤਮ ਨੂੰ ਸ਼ਰਾਪ ਦੇ ਦਿੱਤਾ ਸੀ ਕਿ ਤੇਰਾ ਇੰਦਰ ਦੇ ਨਾਲ ਕੋਈ ਅੰਦਰੋਂ ਪਿਆਰ ਹੋਣਾ, ਇਸ ਕਰਕੇ ਤੂੰ ਵੀ ਸਿਰਾ ਬਣ ਜਾ। ਇਹ ਸਿਰਾ ਬਣ ਕੇ ਗੋਦਾਵਰੀ ਦੇ ਕਿਨਾਰੇ ਜਿਹੜੀ ਪਈ ਸੀ, ਸ੍ਰੀ ਰਾਮ ਚੰਦਰ ਜੀ ਦੇ ਚਰਨ ਛੋਹਣ ਨਾਲ ਉਹ ਜਿਹੜੀ ਸਿਰਾ ਸੀ, ਗੌਤਮ ਸਤੀ ਸਿਰਾ ਮਿਸਤਰੀ ਸਿਰਾ ਬਣੀ ਪੱਥਰ ਦੀ ਨਿਸਤਾਰਾ ਹੋਇਆ ਸੀ। ਜਿਨ੍ਹਾਂ ਚਰਨਾਂ ਦੇ ਨਾਲ ਇਸ ਤੋਂ ਗੌਤਮ ਦੀ ਇਸਤਰੀ ਸੁਖਦਾਇਕ ਚਰਨ ਲੱਗੇ ਤੇ ਉਹ ਮੁਕਤ ਹੋ ਗਈ ਸੀ। ਜੋਈ ਪਾਦ ਗੌਤਮ ਕੀ ਨਾਰ ਕੋ ਸੁਖਦ ਪਏ, ਜੋਈ ਪਾਦ ਨੇਚਕੀ ਕੇ ਪਾਛੇ ਪਏ ਤੇਰੇ ਹੈ। ਜਿਹੜੇ ਚਰਨ ਮਾਰਾ ਨੇਚਕੀ ਇੱਥੇ ਨੀਵੀਂ ਜਾਤ ਵਾਲੇ ਸੈਣ ਭਗਤ ਦਾ ਨਾਮ ਹੈ। ਸੈਣ ਭਗਤ ਦੇ ਥਾਂ ਰਾਜੇ ਦੇ ਜਾ ਕੇ ਸੈਣ ਦਾ ਰੂਪ ਸੈਣ ਰੂਪ ਹਰ ਹੋਏ ਕੇ ਆਇਆ, ਰਾਣੀ ਨੂੰ ਰਿਝਾਈ, ਰਾਜੇ ਨੂੰ ਖੁਸ਼ ਕੀਤਾ। ਅੰਗ ਹੱਥ ਲਾਉਣ ਨਾਲ ਉਹਦਾ ਸਾਰਾ ਹੀ ਰੋਗ ਚੱਕ ਦਿੱਤਾ। ਫਿਰ ਸੈਣ ਸੰਤਾਂ ਨੂੰ ਵਿਦਿਆ ਕਰਕੇ ਜਦੋਂ ਗਿਆ, ਉਸ ਵੇਲੇ ਰਾਜੇ ਨੇ ਰਾਜਾ ਉਸ ਵੇਲੇ ਬੋਲੇ ਰਾਜਾ ਸੁਣੇ ਲੁਕਾਈ ਬਸ ਕੀਤਾ ਹਾਂ ਤੁਝ ਅੱਜ। ਇਸ ਤਰ੍ਹਾਂ ਬੋਲੇ ਰਾਜਾ ਸੁਣੇ ਲੁਕਾਈ, ਆਪਦੀ ਪੁਸ਼ਾਕ ਪਹਿਨਾਤੀ। ਇਸ ਪ੍ਰਕਾਰ ਸੈਣ ਦੇ ਭਗਤ ਦੀ ਰੱਖਿਆ ਕਰਨ ਵਾਸਤੇ ਕਿ ਨਿਰਾਦਰੀ ਨਾਲ ਰਾਜਾ ਕਰੇ, ਉਹ ਸੈਣ ਭਗਤ ਦਾ ਰੂਪ ਧਾਰ ਕੇ ਚਿਹਰੇ ਬਣ ਕੇ ਰਾਜੇ ਦੇ ਮੁੱਠੀ ਚਾਪੀ ਕਰਕੇ ਰੋਗ ਨੂੰ ਚੱਕਿਆ ਸੀ ਰਾਜਾ ਰਾਮ ਦੇ ਨੂੰ। ਉਹ ਸਰੂਪ ਮਹਾਰਾਜਾ ਆਪਦੇ ਚਰਨ। ਜੋਈ ਪਾਦ ਨੇਜ ਕੀ ਕੇ ਪਾਛੇ ਪਏ ਚਿਹਰੇ ਹੈ। ਜੋਈ ਪਾਦ ਰਿਸ਼ੀ ਮੁਨੀ ਸਭ ਸੇਵਤ ਹੈ। ਜਿਹੜੇ ਚਰਨਾਂ ਨੂੰ ਰਿਸ਼ੀ ਜਿਹੜੇ ਹਨ ਤੇ ਮੁਨੀ ਮੰਨਨਸ਼ੀਲ ਸਾਰੇ ਸੇਵਨ ਕਰਦੇ ਹੈ। ਜੋਈ ਪਾਦ ਕਾਜੀ ਨੇ ਪਕੜ ਕਰ ਫੇਰੇ ਹੈ। ਜਿਹੜੇ ਚਰਨ ਮਾਰਾ ਕਾਜੀ ਜੀਵਨ ਨੇ ਜਦੋਂ ਮੱਕੇ ਵੱਲ ਚਰਨ ਕਰਕੇ ਪੈ ਗਏ ਸੀ, ਉਹਨੇ ਕਿਹਾ ਕਾਬੇ ਵਾਲੇ ਚਰਨ ਕਿਉਂ ਕੀਤੇ? ਮਹਾਰਾਜ ਕਹਿੰਦੇ ਭਾਈ ਥੱਕੇ ਹੋਏ ਹੈ, ਸਾਨੂੰ ਪਤਾ ਨਹੀਂ ਰਿਹਾ ਕਿੱਧਰ ਕਰਨੇ ਆ, ਜਿੱਧਰ ਨਹੀਂ ਰੱਬ ਦਾ ਘਰ ਉੱਧਰ ਕਰਦੇ। ਉਹ ਜੀਵਨ ਨੇ ਕਾਜੀ ਨੂੰ ਜਦੋਂ ਚਰਨ ਫੇਰੇ ਸਾਧ ਸੰਗਤ ਜੀ, ਜਿੱਧਰ ਚਰਨ ਕਰਦਾ ਉਧਰ ਮੱਕਾ ਜਾਂਦਾ ਚਰਨਾਂ ਦੇ ਨਾਲ। ਉਹ ਚਰਨ ਜਿਨ੍ਹਾਂ ਨੂੰ ਕਾਜੀ ਨੇ ਹੱਥ ਆਪਣੇ ਲਾ ਕੇ ਫੇਰਿਆ ਸੀ, ਨਾਲ ਹੀ ਕਾਬਾ ਫੇਰਿਆ ਸੀ। ਜੋਈ ਸਾਹਿਬ ਮੁਕੰਦ ਮਹਾਰਾਜ ਸ੍ਰੀ ਗੋਬਿੰਦ ਸਿੰਘ ਖੋਜ ਹੇਰੇ ਅਬ ਸੋਈ ਪਾਤ ਤੇਰੇ ਹੈ। ਉਹ ਚਾਹਾਂ ਜੁਗਾਂ ਜਿਹੜੇ ਆਪਦੇ ਚਰਨ ਹੈ ਜੀ, ਅਸੀਂ ਖੋਜ ਕੇ ਵੇਖਿਆ ਹੈ ਕਿ ਮੁਕਤੀ ਦੇ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਚਰਨ ਸਾਨੂੰ ਉਹ ਲੱਭੇ ਜੋ ਚਾਹਾਂ ਤੂੰ ਸਤਿਗੁਰ ਚਾਹ ਜੁਗੀ ਆਪ ਆਪੇ ਪਰਮੇਸ਼ਰ। ਇਸ ਪ੍ਰਕਾਰ ਸਾਧ ਸੰਗਤ ਜੀ ਚਰਨਾਂ ਦੀ ਬਾਬਤ ਭਾਈ ਨਿਹਾਲ ਸਿੰਘ ਜੀ ਕਵੀ ਹੋਏ ਹਨ। ਇਹਨਾਂ ਨੇ
ਮਹਾਰਾਜ ਸਾਹਿਬ ਦੇ ਹਜ਼ੂਰੀ ਵਿੱਚ ਇੱਕ ਵਿੱਚ ਰਚਿਆ ਹੈ ਕਵੀਆਂ ਵਿੱਚੋਂ। ਉਹਨਾਂ ਦੀ ਇਹ ਕਵਿਤਾ ਹੈ ਸਾਧ ਸੰਗਤ ਜੀ, ਜਿਸ ਬਾਬਤ ਮੈਂ ਅਰਜ਼ ਕੀਤੀ ਹੈ, ਇਹ ਉਹਨਾਂ ਨੂੰ ਮਹਾਰਾਜ ਦੇ ਚਰਨਾਂ ਬਾਬਤ ਬਿਆਨ ਕੀਤਾ ਹੈ ਭਾਈ ਨਿਹਾਲ ਸਿੰਘ ਜੀ ਨੇ। ਇੱਕ ਭਾਈ ਨਿਹਾਲ ਸਿੰਘ ਜੀ ਠੂਹੇ ਵਾਲੇ ਮਗਰੋਂ ਹੋਏ ਆ ਉਹ, ਇੱਕ ਨਿਹਾਲ ਸਿੰਘ ਜੀ ਪੋਠੋਹਾਰ 'ਚ ਹੋਏ ਹਨ, ਜਿਨ੍ਹਾਂ ਨੂੰ ਸੰਤ ਬ੍ਰਹਮ ਗਿਆਨੀ ਸੰਤ ਬਿਸ਼ਨ ਸਿੰਘ ਜੀ ਮੁਰਾਲਿਆਂ ਵਾਲਿਆਂ ਦਾ ਸੁਜਸ ਪੱਤਰਕਾ ਲਿਖਿਆ ਹੈ। ਇਹ ਭਾਈ ਨਿਹਾਲ ਸਿੰਘ ਜੀ ਜਿਹੜੇ ਹਨ ਇੱਕ ਅਮੋਲਾ ਹੋਲਾ ਬਣਾਉਣ ਵਾਲੇ ਨਿਰਮਲਿਆਂ 'ਚੋਂ ਨਿਹਾਲ ਸਿੰਘ ਜੀ ਹੋਏ ਹੈ। ਸੋ ਇਹ ਭਾਈ ਨਿਹਾਲ ਸਿੰਘ ਜੀ ਮਹਾਰਾਜ ਦੇ ਵਕਤ ਸਨ, ਉਹਨਾਂ ਨੂੰ ਗੁਰੂ ਸਾਹਿਬ ਦੀ ਸਿਫਤ ਕੀਤੀ ਹੈ। ਇਸ ਪ੍ਰਕਾਰ ਮਾਰੇ ਚਰਨਾਂ ਦੀ ਬਾਬਤ ਉਹਨੂੰ ਕਿਹਾ ਹੈ। ਬਾਕੀ ਗੁਰੂ ਸਾਹਿਬ ਜੀ ਨੂੰ ਨੰਦ ਨੂੰ ਪੁੱਛਿਆ ਸੀ ਨੰਦ ਲਾਲ ਨੇ ਕਿ ਮਹਾਰਾਜ ਆਪ ਦੇ ਸਰੂਪ ਕਿਸ ਪ੍ਰਕਾਰ ਹੈ। ਮਹਾਰਾਜ ਜੀ ਨੇ ਬਚਨ ਕੀਤੇ ਸੀ, हे ਭਾਈ ਨੰਦ ਲਾਲ ਜੀ, 3 रूप है मोह के, कहो तोहे चित लाए, निर्गुण सरगुण गुर शब्द कहो तोहे समझाए। ਇਹ ਵਾਕ ਕਹੇ ਸੀ ਕਿ ਨਿਰਗੁਣ ਸਰੂਪ ਹੈ ਸਾਡਾ, ਇੱਕ ਸਰਗੁਣ ਸਰੂਪ ਹੈ ਸਾਡਾ, ਇਹ ਗੁਰੂ ਗ੍ਰੰਥ ਸਾਹਿਬ ਰੂਪ ਸਾਡਾ ਸਰੂਪ ਹੈ। ਇਹ ਮਹਾਰਾਜ ਸਾਹਿਬ ਜਦੋਂ ਬਚਨ ਕਹੇ ਕਹਿਣ ਲੱਗਾ, ਮਹਾਰਾਜ ਮੈਨੂੰ ਨਿਰਣਾ ਕਰਕੇ ਦੱਸੋ, ਰਹਿਤ ਨਾਵੇਂ ਚਾਹੁੰਦਾ ਹੈ, ਨਿਰਗੁਣ ਰੂਪ ਤੇ ਗੁਰ ਤੇ ਗੁਣ ਤੇ ਪਰੇ, ਨੇਤ ਨੇਤ ਜੇ ਬੇਦ ਚਰੇ। ਭਾਈ ਨੰਦਾ ਜੀ ਸਾਡਾ ਨਿਰਗੁਣ ਸਰੂਪ ਉਹ ਹੈ ਤਿੰਨਾਂ ਗੁਣਾਂ ਤੋਂ ਪਰੇ, ਜਿਸ ਨੂੰ ਨੇਤ ਨੇਤ ਕਰਕੇ ਬੇਦ ਕਹਿੰਦਾ ਹੈ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਇਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਸੱਤਾ ਮਾਤਰ ਜੋ ਸਾਰਿਆਂ ਦਾ ਅਧਿਸ਼ਠਾਨ ਸਰੂਪ ਹੈ, ਉਹ ਨਿਰਗੁਣ ਸਰੂਪ ਹੈ। ਅਤੇ ਦੂਸਰਾ ਸਰਗੁਣ ਸਰੂਪ ਹੈ, ਜੋ ਅਸੀਂ 10 ਰੂਪ ਧਾਰ ਕੇ ਜੀਆਂ ਦੀ ਕਲਿਆਣ ਕਰ ਰਹੇ ਉਪਦੇਸ਼ ਦੇ ਰਹੇ ਹਾਂ। ਅਤੇ ਦੂਸਰਾ ਰੂਪ ਸਿੱਖ ਹੈ ਮੋਰ, ਗੁਰਬਾਣੀ ਰੱਬ ਜੋ ਨਿਸਪੋਰ। ਦੂਜਾ ਸਾਡਾ ਸਿੱਖ ਸਰੂਪ ਹੈ। ਸਿੱਖ ਪੰਚਨ ਮੈਂ ਮੇਰੋ ਵਾਸਾ, 5 ਪਿਆਰਿਆਂ 'ਚ ਆਪ ਦਾ ਸਰੂਪ ਬਸਦਾ ਦੱਸਿਆ ਹੈ। ਜਿਹੜੇ ਗੁਰਬਾਣੀ 'ਚ ਰਾਤ ਦੇ ਪ੍ਰੇਮੀ ਹਨ, ਹਰ ਵਕਤ ਗੁਰਬਾਣੀ 'ਚ ਭਿੱਜੇ ਰਹਿੰਦੇ ਜਿਨ੍ਹਾਂ ਦੇ ਚਿੱਤ, ਉਹ ਸਾਡਾ ਸਿੱਖ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਸਰੂਪ ਹਨ ਸਾਡੇ ਸਿੱਖ। ਇਸ ਪ੍ਰਕਾਰ ਦੇ ਬਚਨ ਕਹੇ। ਇਸੇ ਪ੍ਰਕਾਰ ਹੋਏ ਮਹਾਰਾਜ ਸਾਹਿਬ ਜੀ ਨੇ ਤੀਜਾ ਸਰੂਪ ਕਿਹਾ ਗੁਰ ਸ਼ਬਦ, ਰੋਮ ਰੋਮ ਅੱਖਰ ਸੋ ਲਹੋ। ਜਿਹੜੇ ਅੱਖਰ ਹਨ ਸਾਡੇ ਰੋਮ ਸਮਝੋ, ਜਿਹੜੇ ਰਾਗ ਹਨ ਸਾਡੇ ਅੰਗ ਸਮਝੋ। ਜਪ ਸਾਹਿਬ ਸਾਡਾ ਮੁੱਖ ਹੈ। ਇਸ ਪ੍ਰਕਾਰ ਰਹਿਤ ਨਾਵੇਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪ ਦਾ ਸਰੂਪ ਮਹਾਰਾਜ ਨੇ ਦੱਸਿਆ ਹੈ। ਗੁਰੂ ਸਾਹਿਬ ਦੇ ਜੋ ਨਿਰਗੁਣ ਦੇ ਚਰਨ ਹੈ, ਅਧਿਸ਼ਠਾਨ ਸਰੂਪ ਹੈ, ਜਿਹੜਾ ਸਾਰਿਆਂ ਦਾ ਪ੍ਰਕਾਸ਼ ਦਾ ਤੇ ਸਾਰਿਆਂ ਦਾ ਆਧਾਰ ਰੂਪ, ਆਪ ਨਿਰਾਧਾਰ ਰੂਪ, ਉਹ ਨਿਰਗੁਣ ਸਰੂਪ 'ਚ ਮਹਾਰਾਜ ਦੇ ਚਰਨ ਹਨ। ਅਤੇ ਸਰਗੁਣ ਸਰੂਪ ਵਿੱਚ ਜਿਨ੍ਹਾਂ ਚਰਨਾਂ ਨਾਲ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਜਿਸ ਚਰਨਾਂ ਦੀ ਬਾਬਤ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਬਚਨ ਕੀਤੇ ਹਨ, ਉਹ ਸਰਗੁਣ ਸਰੂਪ ਸੱਚੇ ਪਾਤਸ਼ਾਹ ਦਾ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਹੈ। ਜਿਸ ਬਾਬਤ ਇਸ ਪ੍ਰਕਾਰ ਜਿਸ ਦਰਸ਼ਨ ਕਰਨੇ ਕਰਕੇ ਭੁੱਖਾਂ ਲੈਂਦੀਆਂ ਹਨ, ਉਹ ਸਰੂਪ ਹੈ। ਉਹ ਚਰਨ ਹਨ ਜਿਨ੍ਹਾਂ ਚਰਨਾਂ ਦੇ ਨਾਲ ਸਾਧ ਸੰਗਤ ਜੀ ਸਾਰੀ ਦੁਨੀਆ ਨੂੰ ਨਿਹਾਲ ਕੀਤਾ, ਉਹਦੇ ਪਵਿੱਤਰ ਚਰਨ ਮੁਬਾਰਕ ਪਾ ਕੇ। ਅਤੇ ਤੀਜੇ ਚਰਨ ਗੁਰ ਸ਼ਬਦ ਹੈ, ਜੋ ਗੁਰ ਸ਼ਬਦ ਹੈ ਇਹ ਵੀ ਚਰਨ ਹਨ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜਿਹੜਾ ਹਿਰਦੇ 'ਚ ਹਿਰਦੇ ਨੂੰ ਪੱਲੇ 'ਚ ਬੰਨਿਆ ਹੈ, ਹਿਰਦੇ 'ਚ ਗੁਰੂ ਸਾਹਿਬ ਦਾ ਸ਼ਬਦ ਵੀ ਚਰਨ ਨਾਮ ਪ੍ਰਕਾਸ਼ ਦਾ ਹੈ, ਚਰਨ ਨਾਮ ਸਾਧ ਸੰਗਤ ਜੀ ਆਸਰੇ ਦਾ ਹੈ, ਅਤੇ ਚਰਨ ਨਾਮ ਅਧਿਸ਼ਠਾਨ ਸਰੂਪ ਦਾ ਹੈ। ਇਉਂ ਗੁਰ ਸ਼ਬਦ ਰੂਪ ਵੀ ਚਰਨ ਹਨ। ਇਉਂ ਮਹਾਰਾਜ ਸਾਹਿਬ ਦੇ ਚਰਨ ਤਿੰਨੇ ਪ੍ਰਕਾਰ ਸਮਝ ਲਓ। ਨਾਲੇ ਸਰਗੁਣ ਸਰੂਪ ਵੀ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀ ਆਣ ਮਿਲਾਵੇ ਜੀ। ਤੇ ਗੁਰ ਸ਼ਬਦ ਕਰਕੇ ਉਹ ਸਰੂਪ ਦਾ ਪ੍ਰਕਾਸ਼ ਹੁੰਦਾ ਹੈ, ਦਰਸ਼ਨ ਹੁੰਦੇ ਹਨ। ਸਰਗੁਣ ਸਰੂਪ ਵੀ ਜਦੋਂ ਚਿੱਤ ਵਿੱਚ ਵਸ ਜਾਵੇ ਉਦੋਂ ਪ੍ਰਗਟ ਹੋ ਜਾਂਦੇ ਹੈ। ਨਿਰਗੁਣ ਸਰੂਪ ਦੇ ਸਰੂਪ 'ਚ ਵੀ ਲੀਨਤਾ ਪਾਈ ਦੀ ਹੈ। ਤੇ ਗੁਰ ਸ਼ਬਦ ਰੂਪ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਜੀਆਂ ਦੀ ਕਲਿਆਣ ਕਰ ਰਹੇ ਹਨ। ਇਸ ਪ੍ਰਕਾਰ ਚਰਨ ਕਮਲ ਸਿਉ ਪਿਆਰ, ਚਰਨ ਦੇ ਪ੍ਰਕਾਸ਼ ਰੂਪ ਹਨ। ਕਵਲ ਵੱਧ ਪ੍ਰਕਾਸ਼, ਕਵਲ ਵੱਧ ਨਿਰਲੇਪ ਰਹਿਣ ਵਾਲੇ, ਕਵਲ ਦੀ ਨਿਆਈ ਹਿਰਦੇ ਨੂੰ ਦੀਆਂ ਪੰਖੜੀਆਂ ਨੂੰ ਖੜਾਉਣ ਵਾਲੇ ਡੁੱਕੀਆਂ ਨੂੰ, ਐਸੇ ਜੋ ਚਰਨ ਹਨ। ਕਵਲ ਵੱਧ ਨਿਰਲੇਪ ਰਹਿਣ ਵਾਲਾ ਮਾਇਆ ਦੇ ਮੋਹ ਤੋਂ ਅਤੇ ਨਿਰਲੇਪ ਰੱਖਣ ਵਾਲਾ ਸਿੱਖ ਨੂੰ, ਐਸਾ ਜੋ ਚਰਨ ਹਨ। ਜਿਵੇਂ ਸਾਧ ਸੰਗਤ ਜੀ ਕਵਲ ਦੇ ਉੱਤੇ ਵਰਖਾ ਦਾ ਪਾਣੀ ਵਿੱਚ ਨਹੀਂ ਟਿਕਦਾ, ਥੱਲੇ ਦਾ ਪਾਣੀ ਤੋਂ ਵੀ ਨਿਰਲੇਪ ਰਹਿੰਦਾ। ਐ ਸਵਰਗ ਆਦਿਕਾਂ ਦੇ ਜਿਹੜੇ ਦਿਵ ਭੋਗ ਸੁਣੀਦੇ ਹੈ, ਉਹ ਵਰਖਾ ਦੇ ਪਾਣੀ ਤੋਂ ਵੀ ਮਹਾਰਾਜ ਸਾਹਿਬ ਕਵਲ ਦੀ ਨਿਆਈ ਸਿੱਖ ਦੇ ਚਿਰ ਨੂੰ ਨਿਰਲੇਪ ਰੱਖਦੇ ਹੈ। ਤੇ ਦੁਨੀਆ ਦੇ ਪਦਾਰਥਾਂ ਤੋਂ ਵੀ ਨਿਰਲੇਪ ਰੱਖਦੇ ਹੈ। ਇਹੋ ਜਿਹੇ ਮਹਾਰਾਜ ਦੇ ਚਰਨ ਹਨ। ਕਵਲ ਦੀ ਨਿਆਈ ਉਹਨਾਂ ਨਾਲ ਜਿਨ੍ਹਾਂ ਦਾ ਪਿਆਰ ਹੈ, ਉਹ ਸਹਿਜ ਰਸਤੇ ਜਗਿਆਸੂ ਰੂਪ ਕਾਮਣੀਆਂ ਗੁਰਸਿੱਖ ਮਹਾਂਪੁਰਖ
ਸਖੀਆਂ ਆਨੰਦ ਦੇ ਸਮੇਤ ਅਦਕਤਾ ਦੇ ਸਹਿਤ ਹੁੰਦੀਆਂ ਹਨ। ਇਹ ਸ਼ੌਂਕ ਅਵਸਥਾ ਦੇ ਵਿੱਚ ਇਹ ਸਾਉਣ ਦਾ ਮਹੀਨਾ ਹੈ। ਮਨ ਤਨ ਰਤਾ ਸੱਚ ਰੰਗ, ਜਿਨ੍ਹਾਂ ਦਾ ਸਾਧ ਸੰਗਤ ਜੀ ਮਨ ਵੀ ਰੰਗਿਆ ਹੋਇਆ ਹੈ ਸੱਚੇ ਰੰਗ ਪ੍ਰੇਮ ਵਿੱਚ, ਤੇ ਤਨ ਵੀ ਰੰਗਾ ਹੋਇਆ ਹੈ। ਤਨ ਸਾਧ ਸੰਗਤ ਜੀ ਉਹਨਾਂ ਰੰਗਿਆ ਹੈ ਜਿਨ੍ਹਾਂ ਦੇ ਸਰੀਰ ਕਰਕੇ ਹਰ ਵਕਤ ਸਾਰੀਆਂ ਥਕਾਵਟਾਂ ਮਿਟ ਗਈਆਂ ਹਨ। ਅੱਠੇ ਪੈਰ ਮਹਾਰਾਜ ਦੇ ਸਿਮਰਨ ਜੁੜੇ ਰਹਿੰਦੇ ਹਨ। ਸੇਵਾ ਪਿਆਰੀ ਲੱਗਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇ ਚੁੱਲ੍ਹਾ ਝੋਕਦਾ ਸਿੱਖ ਤਾਂ ਵੀ ਝੂਰਦਾ ਨਹੀਂ ਕਿ ਮੈਂ ਚੁੱਲ੍ਹੇ ਝੋਕਣ ਤੇ ਕਿਉਂ ਲੱਗਾ ਹੋਇਆ ਹਾਂ। ਉਹ ਕੁੱਲ ਦੁਨੀਆ ਦੀ ਬਾਦਸ਼ਾਹੀ ਨੂੰ ਪਰੇ ਸਿਰ ਦਿੰਦਾ ਹੈ ਅਤੇ ਗੁਰੂ ਸਾਹਿਬ ਦੇ ਘਰ ਦਾ ਚੁੱਲ੍ਹਾ ਝੋਕਣਾ ਵੀ ਵੱਡਾ ਸਮਝਦਾ ਹੈ। ਅਤੇ ਗੁਰੂ ਘਰ ਦੇ ਵਿੱਚ ਜੇ ਪੀਣਾ ਹੈ ਉਹ ਵੀ ਰਾਜ ਨਾਲੋਂ ਵੱਡਾ ਸਮਝਦਾ ਹੈ। ਪੱਖਾ ਫੇਰਨਾ ਵੀ ਵੱਡਾ ਸਮਝਦਾ ਹੈ। ਪਾਣੀ ਢੋਣਾ ਵੀ ਉਹ ਵੱਡਾ ਸਮਝਦਾ ਹੈ। ਉਹ ਗੁਰੂ ਦਾ ਦਰਬਾਰ ਹੈ ਜਿਸ ਇੰਦਰ ਵਰਗੇ ਸੱਕੇ ਬਣ ਕੇ ਸਾਧ ਸੰਗਤ ਜੀ ਦੇਵਤਿਆਂ ਦੇ ਅੰਮ੍ਰਿਤ ਨੂੰ ਲੈ ਕੇ ਛਿੜਕਦੇ ਹੈ। ਉਹ ਗੁਰੂ ਦਾ ਦਰਬਾਰ ਹੈ ਜਿਸ ਦਰ ਦੇ ਵਿੱਚ ਸਾਧ ਸੰਗਤ ਜੀ ਸਾਰੇ ਦੇਵਤੇ ਨਮਸਕਾਰਾਂ ਕਰਦੇ ਹੈ, ਚਰਨ ਧੂੜ ਨੂੰ ਚਾਹੁੰਦੇ ਹਨ। ਉਸ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ ਜਿਨ੍ਹਾਂ ਦਾ ਮਨ ਤਨ ਰਤਾ ਸੱਚ ਰੰਗ, ਉਹਨਾਂ ਦਾ ਮਨ ਵੀ ਸੱਚੇ ਰੰਗ 'ਚ ਰੰਗਿਆ ਹੋਇਆ। ਮਨ ਦੇ ਸਾਰੇ ਫੁਰਨੇ ਮਿਟ ਗਏ ਹੈ। ਮਨ ਦੀਆਂ ਬਿਰਤੀਆਂ ਜਿਹੜੀਆਂ ਹਨਗੀਆਂ ਪ੍ਰਮਾਣ ਪਰਜੇ ਨਿੰਦਾ ਸਿਮਰਤੀ ਵਿਕਲਪ ਆਦਿ ਕੇ ਵੀ ਅਭਾਵ ਹੋ ਗਈਆਂ। ਉਹਨਾਂ ਦੀ ਜਿਹੜੀ ਸਭ ਪ੍ਰਮਾਣ ਹੈ ਦਿਸਣਾ ਹੈ ਜਿਹੜਾ ਉਹਨਾਂ ਦਾ ਪ੍ਰਮਾਣ ਬਿਰਤੀ ਜਿਹੜੀ ਐਂ ਜੋੜੀ ਹੈ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਹ ਦਿਸਣ ਵਾਲੀ ਚੀਜ਼ਾਂ ਤੋਂ ਹਟ ਕੇ ਉਹ ਦੇਖਦੇ ਜੇਤਾ ਪੇਖਣ ਤੇਤਾ ਧਿਆਨ ਮਹਾਰਾਜ ਦੇ ਧਿਆਨ 'ਚ ਜੋੜ ਛੱਡਿਆ। ਇਹ ਪ੍ਰਮਾਣ ਬਿਰਤੀ ਨੂੰ ਇਹ ਨਿਰੋਧ ਕਰ ਲਿਆ ਹੈ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜੇਤਾ ਸੁਣਨਾ ਤੇਤਾ ਨਾਮ ਜਿੰਨਾ ਸੁਣਦੇ ਆ ਕੰਨਾਂ ਦੇ ਨਾਲ ਉਹ ਆਵਾਜ਼ਾਂ ਨਹੀਂ ਸੁਣਦੇ ਉਸ ਤੋਂ ਨਿੰਦਾਂ ਦੀਆਂ, ਮਹਾਰਾਜ ਦਾ ਨਾਮ ਹੀ ਸੁਣਦਾ ਹੈ। ਉਹਨਾਂ ਦੀ ਆਵਾਜ਼ ਕੰਨਾਂ 'ਚ ਹੋਰ ਪੈਂਦੀ ਹੀ ਨਹੀਂ। ਇਹਦਾ ਗਾੜਾ ਮਨ ਹੋ ਚੁੱਕਾ ਸਿਮਰਨ ਦੇ ਪ੍ਰਤਾਪ ਕਰਕੇ। ਤੇ ਜੇਤਾ ਦੇਖਣ ਤੇਤਾ ਧਿਆਨ, ਜੇਤਾ ਸੁਣਨਾ ਤੇਤਾ ਨਾਮ, ਤੇ ਜੇਤਾ ਬੋਲਣ ਤੇਤਾ ਗਿਆਨ। ਜਿੰਨਾ ਬੋਲਦੇ ਬ੍ਰਹਮ ਗਿਆਨ ਦੇ ਬਚਨ ਬੋਲਦੇ ਹਨ, ਅੰਥਾ ਨਹੀਂ ਬੋਲਦੇ। ਇਹ ਅਵਸਥਾ ਉਹਨਾਂ ਪਿਆਰਿਆਂ ਦੀ ਹੋ ਗਈ ਹੈ। ਇਉਂ ਉਹਨਾਂ ਦੇ ਮਨ ਦੀਆਂ ਜਿਹੜੀਆਂ ਬਿਰਤੀਆਂ ਉਹ 'ਤੇ ਫਤਿਹ ਪਾਈ ਹੈ। ਵਿਪਰਜੇ ਜਿਹੜਾ ਸੁਭਾਅ ਸੀ ਉਲਟਾ ਉਹ ਉਹਨਾਂ ਦਾ ਨਾਸ ਹੋ ਗਿਆ ਵਿਪਰਜੇ ਬੁੱਧੀ ਦਾ। ਅਤੇ ਨਿੰਦਰਾ ਉਹਨਾਂ ਦੀ ਸਮਾਧੀ ਹੈ। ਗੁਰਮੁਖ ਸ਼ਬਦ ਸਮਾਧ ਹੈ। ਸਮਾਧੀ ਜਿਹੜਾ ਚਿੱਤ ਇਕਾਗਰ ਹੋਣਾ ਇਹ ਸੌਣਾ ਹੀ ਗੁਰਮੁਖਾਂ ਨੇ ਸਮਝਿਆ ਹੈ। ਐਸਾ ਚਿੱਤ ਇਕਾਗਰ ਉਹਨਾਂ ਦਾ ਹੋ ਗਿਆ ਹੈ। ਸੌਂ ਕੇ ਥਕੇਵੇਂ ਹਟਾਈ ਦੇ ਹੈ। ਲਿਵ ਲਾ ਕੇ ਸਾਰੀਆਂ ਥਕਾਵਟਾਂ ਜਨਮਾਂ ਦੀਆਂ ਹਟ ਜਾਂਦੀਆਂ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਦੀ ਅਵਸਥਾ ਬਦਲ ਗਈ ਹੈ। ਇਹ ਨਿੰਦਰਾ ਤੇ ਸਿਮਰਤੀ ਅੱਗੇ ਸਿਮਰਦੇ ਰਹਿੰਦੇ ਪਿਛਲੀਆਂ ਗੱਲਾਂ ਕੀਤੀਆਂ ਨੂੰ ਹੁਣ ਸਿਮਰੀਦਾ ਵਾਹਿਗੁਰੂ ਨੂੰ ਹਰ ਵਕਤ। ਜੈਸੇ ਕੂੰਜ ਦੇ ਮਨ 'ਚ ਬੱਚੇ ਚੇਤੇ ਰਹਿੰਦੇ ਹੈ ਐਂ ਮਹਾਰਾਜ ਸਾਹਿਬ ਨੂੰ ਹਰ ਵਕਤ ਚੇਤੇ ਰੱਖਦੇ ਹਨ। ਸਿਮਰਨ ਨਾਲ ਕੂੰਜ ਦੀ ਨਿਆਈ ਹੈ, ਧਿਆਨ ਕੱਛੂ ਦੀ ਨਿਆਈ ਹੈ, ਗਿਆਨ ਹੰਸ ਦੀ ਨਿਆਈ ਹੈ। ਇਸ ਪ੍ਰਕਾਰ ਉਹਨਾਂ ਨੇ ਬਿਰਤੀਆਂ ਨੂੰ ਬਦਲ ਲਿਆ ਹੈ। ਅਤੇ ਵਿਕਲਪ ਅੱਗੇ ਢੇਲੇ ਦੀ ਕਮਾਈ ਕਰਦੇ ਸੀ ਤੇ ਹਵੇਲੀਆਂ ਐਵੇਂ ਚਾਹੁੰਦੇ ਰਹਿੰਦੇ ਸੀ, ਗੰਢਾ ਦੇ ਕੇ ਸੰਡਾ ਭਾਲਦੇ ਸੀ। ਇਹੋ ਜਿਹਾ ਸੁਭਾਅ ਵੀ ਭੁੱਲ ਗਿਆ ਹੈ। ਉਹਨਾਂ ਦੇ ਵਿਕਲਪ ਜਿਹੜੇ ਸੀ ਦੂਸਰੀਆਂ ਕਲਪਨਾ ਉਹਨਾਂ ਸਾਰਿਆਂ ਨੂੰ ਅਕਲਪਤ ਮੁੰਦਰਾ ਗੁਰ ਗਿਆਨ ਵਿਚਾਰੀਏ ਨੇ। ਸਾਰੀਆਂ ਕਲਪਨਾ ਤੋਂ ਰਹਿਤ ਨਿਸ਼ਾਨੀਆਂ ਗਿਆਨ ਦੀਆਂ ਗੁਰੂ ਕੇ ਦੀਆਂ ਇਹ ਉਹਨਾਂ ਨੂੰ ਵਿਚਾਰ ਪ੍ਰਾਪਤ ਹੋ ਗਈ। ਸਾਰੀਆਂ ਕਲਪਨਾ ਤੋਂ ਰਹਿਤ ਹੋ ਗਏ। ਇਉਂ 5 ਪ੍ਰਕਾਰ ਦੀ ਬਿਰਤੀ ਦਾ ਗੁਰਮੁਖਾਂ ਨੇ ਨਿਰੋਧ ਕਰ ਲਿਆ ਹੈ। ਫਿਰ ਸਾਧ ਸੰਗਤ ਜੀ 5 ਅਵਸਥਾ ਹਨ ਮਨ ਦੀਆਂ। ਇੱਕ ਤਾਂ ਸਾਧ ਸੰਗਤ ਜੀ ਸ਼ਿਵਤ ਹੈ, ਦੂਸਰੀ ਮੂੜ ਹੈ, ਤੀਜੀ ਬਖਸ਼ਿਵਤ ਹੈ, ਚੌਥੀ ਅਨੁਰੁੱਧ ਹੈ, ਪੰਜਵੀਂ ਇਕਾਗਰ ਹੈ। ਸ਼ਿਵਤ ਤਾਂ ਬਿਰਤੀ ਸਾਧ ਸੰਗਤ ਜਿਵੇਂ ਮੱਸਿਆ ਅਮਾਵਸਿਆ ਚੰਦ ਗੁਪਤ ਗੈਨਾਰ। ਅਮੱਸਿਆ ਨੂੰ ਚੰਦਰਮਾ ਆਕਾਸ਼ 'ਚ ਰਹਿੰਦਾ ਹੈ ਪਰ ਗੁਪਤ ਰਹਿੰਦਾ ਹੈ, ਉਹਦੇ ਦਰਸ਼ਨ ਨਹੀਂ ਹੁੰਦੇ। ਐ ਗਿਆਨੀਆਂ ਦੇ ਹਿਰਦੇ ਉੱਤੇ ਆਕਾਸ਼ ਹੈ ਤਾਂ ਸਹੀ ਪਰਮੇਸ਼ਰ। ਮੱਸਿਆ ਦੀ ਰਾਤ ਦੀ ਨਿਆਈ ਹੈ, ਉਹ ਪੰਬ ਪੁਰਖ ਹੈ। ਉਹਨਾਂ ਨੂੰ ਸਰੂਪ ਦੀ ਸਿਖਿਆਤ ਨਹੀਂ ਕਦੇ ਹੋ ਸਕਦੀ। ਉਹਨਾਂ ਦੀ ਸਾਧ ਸੰਗਤ ਜੀ ਧਨ ਸੁਖੋਪਤ ਅਵਸਥਾ ਜਿਵੇਂ ਪੱਥਰ ਹਨ ਉਹਨਾਂ ਦੀ ਧਨ ਸੁਖੋਪਤ ਅਵਸਥਾ ਹੈ, ਗਾੜੀ ਸੁਖੋਪਤ ਅਵਸਥਾ ਹੈ। ਉਹਨਾਂ ਨੂੰ ਕੱਟੀ ਜਾਓ ਤੋੜੀ ਜਾਓ ਅੱਗ ਦੇ ਚਿੰਗਾੜੇ ਤਾਂ ਨਿਕਲਣਗੇ, ਉਹਨਾਂ ਵਿੱਚੋਂ ਕੋਈ ਹਰਕਤ ਨਹੀਂ ਪ੍ਰਤੀਤ ਹੁੰਦੀ। ਅਤੇ ਜਿਹੜੇ ਬਿਰਸ਼ ਹਨ ਸੁਖੋਪਤ ਅਵਸਥਾ ਦੀ ਨਿਆਈ ਹਨ। ਜੋ ਬਿਰਸ਼ ਤੋੜੀਏ ਉਹਨਾਂ ਵਿੱਚੋਂ ਜਲ ਨਿਕਲਦਾ ਹੈ, ਇਹ ਸੁਖੋਪਤ ਅਵਸਥਾ ਹੈ। ਜਿਹੜੇ ਪੰਛੀ ਆਦਿਕ ਹਨ ਪਸ਼ੂ ਆਦਿਕ ਹਨ ਇਹ ਸੁਪਨ ਅਵਸਥਾ ਦੀ ਨਿਆਈ ਹੈ। ਤੇ ਮਨੁੱਖ ਜਿਹੜਾ ਜਾਗਰਤ ਅਵਸਥਾ ਦੀ ਨਿਆਈ ਹੈ। ਇਹਨਾਂ ਦੇ ਜਿਹੜੇ ਪਾਂਬਰ ਪੁਰਖ ਹੈ ਉਹ ਘਨ ਸੁਖੋਪਤ ਪੱਥਰ ਦੀ ਨਿਆਈ ਹਨ। ਅਤੇ ਜਿਹੜੇ ਸਾਧ ਸੰਗਤ ਜੀ ਬਖਈ ਪੁਰਖ ਹੈ ਉਹ ਸੁਖੋਪਤ ਅਵਸਥਾ ਦੀ ਨਿਆਈ ਹਨ। ਜਿਗਿਆਸੂ ਸੁਪਨ ਅਵਸਥਾ ਦੀ ਨਿਆਈ ਹਨ। ਗਿਆਨਵਾਨ ਜਾਗਦੀ ਅਵਸਥਾ ਵਾਲੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਛਿਪਿਆ ਜਿਵੇਂ ਚੰਦਰਮਾ ਹੁੰਦਾ ਐਂ ਪਾਂਬਰਾਂ ਦਾ ਮਨ ਹੈ, ਉਹਨਾਂ 'ਚ ਮੱਸਿਆ ਦੀ ਰਾਤ ਬਣੀ ਰਹਿੰਦੀ ਹੈ। ਅਤੇ ਇਸੇ ਪ੍ਰਕਾਰ ਮੂੜ ਜਿਹੜੇ ਬਖਈ ਪੁਰਖ ਹੈ ਉਹਨਾਂ ਦੀ ਬਿਰਤੀ 'ਚ ਗਿਆਨ ਨਹੀਂ ਹੁੰਦਾ।
ਸਭ ਕੁਝ ਵੇਦ ਸ਼ਾਸਤਰ ਨੂੰ ਪੜ੍ਹਦੇ ਵੀ ਹੈ, ਸੁਣਦੇ ਵੀ ਹੈ, ਉਹਨਾਂ ਨੂੰ ਤਾਂ ਨਹੀਂ ਪੈਦਾ ਹੁੰਦਾ। ਉਹ ਮਹਾਰਾਜ ਦੇ ਸਿਮਰਨ ਦਾ ਤਾਂ ਨਹੀਂ ਪੈਦਾ ਹੁੰਦਾ, ਸਰੂਪ ਦੀ ਸਿਖਿਆਤਾ ਦਾ ਉਤਸ਼ਾਹ ਨਹੀਂ ਪੈਦਾ ਹੁੰਦਾ। ਇਹ ਬਖਈ ਪੁਰਖਾਂ ਨੇ, ਉਹਨਾਂ ਦਾ ਸੁਭਾਅ ਮੂੜ ਰਹਿੰਦਾ ਹੈ। ਸਭ ਕੁਝ ਪੜ੍ਹ ਕੇ ਸੁਣ ਕੇ ਸੋ ਮੂੰਹੋਂ ਸ਼ਾਸਤਰ ਵੇਦ ਕਹੀ ਵੀ ਜਾਣੇ, ਪਰ ਮਨ ਨੂੰ ਸਮਝ ਨਾ ਆਉਣੀ। ਮੂੜ ਬਿਰਤੀ ਬਖਈ ਪੁਰਖ ਦੀ ਮੰਨੀ ਹੈ। ਇਸੇ ਪ੍ਰਕਾਰ ਜਿਗਿਆਸੂ ਜਿਹੜਾ ਹੈ ਉਹਦੀ ਬਖੇਵਤ ਬਿਰਤੀ ਮੰਨੀ ਹੈ। ਬਖੇਵਤ ਕੀ ਹੈ? ਬਖੇਵਤ ਦੇ ਸ਼ਾਇਦ ਕਦੇ ਕਦੇ ਐਂ ਪ੍ਰਕਾਸ਼ ਹੋ ਜਾਣਾ ਜਿਵੇਂ ਚੰਦ ਚੜ੍ਹ ਗਿਆ ਹੈ, ਐਂ ਵਿਰਾਗ ਪੈਦਾ ਹੋ ਜਾਣਾ, ਕਦੇ ਕਦੇ ਸ਼ੁਭ ਗੁਣਾਂ ਰੂਪੀ ਤਾਰਿਆਂ ਦਾ ਮੰਡਲ ਚਮਕ ਆਉਣਾ, ਕਦੇ ਕਦੇ ਮਨ ਏਡਾ ਮੋਟਾ ਹੋ ਜਾਣਾ, ਸਾਰੀ ਸਾਰੀ ਰਾਤ ਜਾਗਦਿਆਂ ਮਨ ਟਿਕਣਾ ਨਾ, ਮਨ 'ਚ ਹਿਲਚਲੀ ਬਣੀ ਰਹਿਣੀ। ਇਹ ਬਖੇਵਤ ਹੈ ਜਿਗਿਆਸੂਆਂ ਦੀ ਇਹ ਹਾਲਤ ਹੋਣੇ ਕਰਕੇ ਉਹ ਅਰਜ਼ਾਂ ਕਰਦੇ ਰਹਿੰਦੇ ਹੈ ਕਿ ਮਹਾਰਾਜ ਸਾਡੇ ਮਨ ਦੇ 'ਤੇ ਕਿਰਪਾ ਕਰੋ। ਜਿਹੜੇ ਯੋਗੀ ਆ ਉਹਨਾਂ ਦੀ ਚੌਥੀ ਅਵਸਥਾ ਅਨੁਰੁੱਧ ਹੈ। ਉਹ ਜਿੰਨਾ ਚਿਰ ਦਸਵੇਂ ਦੁਆਰ 'ਚ ਪ੍ਰਾਣ ਚੜ੍ਹਾਈ ਰੱਖਦੇ ਹੈ, ਉਹਨਾਂ 'ਚ ਅਨੂ ਨਿਰੰਤਰ ਰੁੱਧ ਰੁਕੀ ਰਹਿੰਦੀ ਬਿਰਤੀ, ਪਰ ਸੰਕਲਪ ਨਾ ਰੁਕਦੀ ਹੈ। ਜਿਸ ਸੰਕਲਪ ਨੂੰ ਲੈ ਕੇ ਬੈਠੇ ਹੁੰਦੇ ਹੈ ਉਹ ਸੰਕਲਪ ਨਾ ਰੁਕੀ ਰਹਿੰਦੀ ਹੈ। ਜਿਵੇਂ ਇੱਕ ਸਾਧ ਸੰਗਤ ਜੀ ਕੋਈ ਬਾਜੀਗਰ ਸੀ, ਉਹਨੂੰ ਰਾਜਾ ਕਹਿੰਦਾ ਵੀ ਤੈਨੂੰ ਜੇ ਇਨਾਮ ਲੈਣਾ ਤਾਂ ਮੈਨੂੰ ਯੋਗਾ ਅਭਿਆਸ ਕਰਕੇ ਦਸਵੇਂ ਦੁਆਰ ਪ੍ਰਾਣ ਚੜ੍ਹਾ ਕੇ ਦਿਖਾ। ਕਹਿੰਦਾ ਪ੍ਰਾਣ ਤਾਂ ਚੜ੍ਹਾ ਲੂੰਗਾ, ਪਰ ਘੋੜਾ ਤੇ ਇੱਕ ਪੋਸ਼ਾਕਾ ਕਿੱਥੋਂ ਲਊਂ? ਕਹਿੰਦਾ ਚੰਗਾ ਲੈ ਲਈ। ਉਹ ਸਮਾਧ ਲਾ ਕੇ ਬੈਠ ਗਿਆ ਬਾਜੀਗਰ, ਉਹਦਾ ਯੋਗਾ ਅਭਿਆਸ ਸਿੱਖਿਆ ਸੀ। ਤੇ ਉਹ ਰਾਜਾ ਆਪਦੇ ਵਿਨੋਦ ਨਾਲ ਪਹਿਰ ਵੇਖਿਆ, 2 ਪਹਿਰ ਵੇਖਿਆ, ਉੱਤੇ ਕੜਾਹਾ ਮੂਧਾ ਮਾਰ ਕੇ ਚਲਿਆ ਗਿਆ। ਉਹ ਉਸੇ ਤਰ੍ਹਾਂ ਬਾਜੀਗਰ ਜਿਹੜਾ ਸੀ ਯੋਗਾ ਅਭਿਆਸੀ ਬੈਠਾ ਰਿਹਾ। ਉਹ ਰਾਜਾ ਰਾਜ ਕਰਕੇ ਮੁੱਕ ਗਿਆ, ਉੱਤੇ ਮਿੱਟੀ ਪੈ ਪੈ ਕੇ ਕੜਾਹੇ ਦੇ ਸਾਧ ਸੰਗਤ ਜੀ ਉਹ ਥਾਂ ਸਾਰਾ ਬੰਦ ਹੋ ਗਿਆ। ਕੋਈ ਹੋਰ ਰਾਜਾ ਆਇਆ, ਮਿੱਟੀ ਦਾ ਢੇਰ ਵੇਖ ਕੇ ਕਹਿਣ ਲੱਗਾ ਵੀ ਇਹਨੂੰ ਪੱਟੋ ਕੀ ਹੈ ਇੱਥੇ। ਜਦੋਂ ਪੱਟਿਆ ਤੇ ਇੱਥੋਂ ਕੜਾਹਾ ਨਿਕਲਿਆ, ਕੜਾਹੇ ਦੇ ਹੇਠਾਂ ਬੈਠਾ ਉਹ ਜੋਗੀ ਨਿਕਲਿਆ। ਉਹ ਕਿਸੇ ਨੂੰ ਪੁੱਛਿਆ ਵੀ ਇਹਦੇ ਪ੍ਰਾਣ ਉਤਾਰ ਸਕਦੇ ਹੋ? ਕਿਸੇ ਨੇ ਕਿਹਾ ਹਾਂ ਮੇਰੇ 'ਚ ਤਾਕਤ ਹੈ। ਐਂ ਕਰੋ ਤੁਸੀਂ ਮੱਖਣ ਲਿਆਓ ਤੇ ਕਸੂਰੀ ਲਿਆਓ, ਮੈਂ ਇਹਦੇ ਮੱਥੇ ਨੂੰ ਮਲ ਕੇ ਪ੍ਰਾਣ ਉਤਾਰ ਸਕਦਾ। ਕਸੂਰੀ ਲਿਆਂਦੀ ਗਈ, ਮੱਖਣ ਲਿਆ ਕੇ ਜਦੋਂ ਮਾਲਿਸ਼ ਕੀਤੀ ਉਹਦੇ ਪ੍ਰਾਣ ਉਤਰਿਆ ਹੈ। ਜਦੋਂ ਪ੍ਰਾਣ ਉਤਰੇ ਤੇ ਉਦੋਂ ਬੋਲਿਆ ਘੋੜਾ ਜੋੜਾ, ਘੋੜਾ ਜੋੜਾ। ਕਹਿੰਦੇ ਇਹ ਕੀ ਬੋਲਿਆ? ਉਸ ਵੇਲੇ ਉਹਨੇ ਕਿਹਾ ਜੋਗੀ ਨੇ ਕਿ ਇਹਦੇ ਅੰਦਰ ਸੰਕਲਪ ਸੀ ਕਿ ਮੈਂ ਘੋੜਾ ਤੇ ਪਿਸ਼ਾਕਾ ਲੈਣਾ। ਹੁਣ ਇਹਨੂੰ ਇਹ ਨਹੀਂ ਪਤਾ ਉਹ ਰਾਜਾ ਰਾਜ ਕਰਕੇ ਮੁੱਕ ਚੁੱਕਾ ਹੈ ਤੇ ਇਹ ਘੋੜਾ ਜੋੜਾ ਮੰਗਦਾ ਤੇਰੇ ਪਾਸੋਂ। ਇਸ ਪ੍ਰਕਾਰ ਸਾਧ ਸਿੰਘ ਜੀ ਕੋਈ ਨਾ ਕੋਈ ਸੰਕਲਪ ਲੈ ਕੇ ਜਿਹੜਾ ਬਹਿੰਦੇ ਹੈ ਉਹ ਸੰਕਲਪ ਦੇ ਸਹਿਤ ਦਸਵੇਂ ਦੁਆਰ 'ਚ ਟਿਕਦੇ ਹੈ। ਅਨੂ ਨਿਰੰਤਰ ਰੋਕਣ ਦਾ ਨਾਮ ਹੈ। ਸੰਕਲਪ ਤੋਂ ਰਹਿਤ ਨਹੀਂ ਹੋ ਸਕਦੇ। ਇਹ ਅਨੁਰੁੱਧ ਹੈ, ਜੋਗੀ ਪੁਰਖ ਦੀ ਹਾਲਤ ਹੈ। ਅਕਾਗਰ ਨਾਮ ਹੈ ਬ੍ਰਹਮ ਗਿਆਨੀ ਦਾ, ਜਿਹਦੀ ਬਿਰਤੀ ਇੱਕ ਦੇ ਅੱਗੇ ਪੰਜਵੀਂ ਅਵਸਥਾ ਮੰਨਦੀ ਹੈ, ਇੱਕ ਪਰਮੇਸ਼ਰ ਦੇ ਅੱਗੇ ਹੀ ਟਿਕੀ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਅਕਾਗਰ ਇੱਕ ਦੇ ਅੱਗੇ ਬਿਰਤੀ, ਉਹ ਵੇਖਣਾ ਸੁਣਨਾ ਸਭ ਉਸੇ ਨੂੰ ਵੇਖਣਾ, ਉਸੇ ਨੂੰ ਸੁਣਨਾ, ਉਸੇ ਜੁੜਿਆ ਰਹਿਣਾ ਹਰ ਵਕਤ। ਇਹ ਬ੍ਰਹਮ ਗਿਆਨੀ ਦੀ ਅਵਸਥਾ। ਪੰਜਵੀਂ ਅਵਸਥਾ ਪੰਡਿਤ ਹਰੀ ਨਾਰਾਇਣ ਉਪਦੇਸ਼ ਵਿੱਚ ਪੰਡਿਤ ਹਰਦੇਵ ਜੀ ਨੇ ਵਰਣਨ ਕੀਤੀ ਹੈ। ਸੰਤ ਮਹਾਰਾਜ ਇਸ ਪ੍ਰਕਾਰ ਸੁਖਮਨੀ ਸਾਹਿਬ 'ਚ ਸੁਣਾਇਆ ਕਰਦੇ ਕਿ ਅਕਾਗਰ ਇਸ ਪ੍ਰਕਾਰ ਦਾ ਬ੍ਰਹਮ ਦੇਵਤਾ ਹੁੰਦਾ ਹੈ ਜਿੱਥੇ ਸਾਵਧਾਨ ਅਕਾਗਰ ਚੀਤੋ ਪਾਉਂਦੀ ਹੈ। ਇਹ ਹਜ਼ੂਰ ਇੱਥੇ ਅਕਾਗਰਤਾ ਨੂੰ ਕਹਿੰਦੇ ਹਨ। ਮਨ ਤਨ ਰਤਾ ਸੱਚ ਰੰਗ, ਉਹਨਾਂ ਦਾ ਮਨ ਇਕਾਗਰ ਹੋ ਕੇ ਤਨ ਰੋਮ ਰੋਮ ਵਿੱਚ ਗੁਰਮੁਖ ਨਾਮ ਨੂੰ ਧਿਆਉਂਦੇ ਹੈ, ਸੱਚੇ ਰੰਗ ਵਿੱਚ ਰੰਗਿਆ ਗਿਆ ਹੈ। ਐਸਾ ਆਨੰਦ ਪ੍ਰਾਪਤ ਹੋਇਆ ਉਹਨਾਂ ਨੂੰ। ਇੱਕੋ ਨਾਮ ਆਧਾਰ, ਇੱਕ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਉਹਨਾਂ ਦੇ ਅੰਦਰ। ਹੋਰ ਸਾਰੇ ਕੂੜੇ ਆਸਰੇ ਛੱਡ ਦਿੱਤੇ ਹਨ। ਹੋਰ ਕਿਉਂਕਿ ਮਨ ਜਿਹੜਾ ਹੈ ਸਾਧ ਸੰਗਤ ਜੀ ਇਹ ਆਸਰੇ ਤੋਂ ਬਿਨਾਂ ਟਿਕ ਨਹੀਂ ਸਕਦਾ। ਕੋਈ ਨਾ ਕੋਈ ਸੰਕਲਪ ਦਾ ਆਸਰਾ ਲੈ ਕੇ ਟਿਕਦਾ ਹੈ। ਇੱਕ ਪਰਮੇਸ਼ਰ ਦੇ ਨਾਮ ਦਾ ਇੱਕ ਜੋ ਅਦਵੈਤ ਰੂਪ ਬ੍ਰਹਮ ਹੈ, ਉਸੇ ਨਾਮ ਦੇ ਆਸਰੇ ਮਨ ਦੀਆਂ ਸਾਰੀਆਂ ਵਾਸ਼ਨਾ ਖੈ ਕਰਕੇ ਉਸੇ ਨਿਰਾਧਾਰ ਦੇ ਆਸਰੇ ਇਸ ਮਨ ਨੂੰ ਟਿਕਾ ਲਿਆ ਹੈ। ਵਿਖਿਆ ਰੰਗ ਕੂੜਾਵਿਆ, ਉਹਨਾਂ ਦੇ ਵਿਸ਼ਿਆਂ ਦੇ ਰੰਗ ਵਿੱਚ ਨਹੀਂ ਚਿੱਤ ਜੁੜਦੇ। ਜਿਵੇਂ ਯੋਗਾ ਅਭਿਆਸਨ ਸਿੱਧੀਆਂ ਸਿੱਧੀਆਂ ਜੋ ਫੁਰਦੀਆਂ ਉਦੋਂ ਕਈ ਨਾਚ ਵੇਖਣ ਲੱਗ ਜਾਂਦੇ ਹੈ। ਇੱਕ ਸਾਧ ਸੰਗਤ ਜੀ ਰੋਪੜ ਦੇ ਤੇ ਜੋਗੀ ਬੈਠਾ ਸੀ, ਸੰਤ ਮਹਾਰਾਜ ਅਨੰਦਪੁਰ ਸਾਹਿਬ ਨੂੰ ਭੇਜਣ ਵਾਲੇ ਸੰਤ ਸੁੰਦਰ ਸਿੰਘ ਸਾਹਿਬ ਜੀ ਗਏ ਤੇ ਉੱਥੇ ਜੋਗੀ ਨੂੰ ਬੈਠੇ ਨੂੰ ਵੇਖ ਕੇ ਜਦੋਂ ਬੈਠਾ ਵੇਖਿਆ ਕੋਲੇ ਜਾ ਬੈਠੇ ਬਿੰਦਕ, ਜਦੋਂ ਬੈਠੇ ਜੋਗੀ ਨੇ ਅੱਖਾਂ ਖੋਲੀਆਂ, ਕਹਿੰਦੇ ਆਓ ਜੀ ਸੰਤ ਜੀ। ਕਹਿੰਦੇ ਆਏ ਮਹਾਰਾਜ, ਕਿੱਥੇ ਨੂੰ ਚੱਲੇ? ਅਨੰਦਪੁਰ ਸਾਹਿਬ ਨੂੰ। ਕਹਿਣ ਲੱਗਾ ਚੰਗਾ। ਸੰਤ ਕਹਿੰਦੇ ਜੋਗੀ ਤੂੰ ਕਿਸ ਖਿਆਲ 'ਚ ਹੱਸਣ ਲੱਗ ਗਿਆ? ਕਹਿੰਦੇ ਮਹਾਰਾਜ ਦਿੱਲੀ ਵਿੱਚ ਨਾਚ ਹੁੰਦਾ ਹੈ, ਬੇਸਵਾ ਦਾ ਨਾਲਾ ਟੁੱਟ ਗਿਆ, ਮੈਂ ਹੱਸ ਪਿਆ। ਕਹਿੰਦੇ ਉਹ ਤੇਰੀ ਸਮਾਧੀ ਲਾ ਕੇ ਬੇਸਵਾ ਦੇ ਨਾਚ ਹੀ ਵੇਖਦਾ ਤੂੰ। ਸੋ ਇਸ ਪ੍ਰਕਾਰ ਦੀ ਹਾਲਤ ਜਿਹੜੀ ਹੈ ਇਹਦੇ ਵਿੱਚ ਹੀ ਭਾਈ ਇੰਨੀਆਂ ਬਿਰਤੀਆਂ ਨੂੰ ਟਿਕਾ ਕੇ ਫਿਰ ਵੀ ਇਸੇ ਪਾਸੇ ਰੁੜੇ ਰਹਿੰਦੇ ਲੋਕ ਜਿਹੜੇ ਵਕਾਰੀ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਹਨ ਵਿਖਿਆ ਰੰਗ ਕੂੜਾਵੇ, ਜਿਹੜੇ ਵਿਸ਼ਿਆਂ ਦੇ ਰੰਗ ਕੂੜਾਵੇ ਝੂਠੇ ਸਮਝੇ ਮਹਾਂਪੁਰਖਾਂ ਨੇ।
ਇਹਨਾਂ ਝੂਠੇ ਰੰਗਾਂ 'ਚ ਨਹੀਂ ਪਰਚਦੇ ਹਨ। ਜਿਸਨ ਸਭੇ ਇਹਦੇ ਸ਼ਾਰ ਜਿਹੜੇ ਲੱਗੇ ਸਾਰੇ ਸਵਾਹ ਹੁੰਦੇ ਵੇਖੀਦੇ ਹੈ। ਇਸੇ ਪ੍ਰਕਾਰ ਸਾਧ ਸੰਗੀ ਉਮਰ ਅਮਰੂ ਨਾਮੇ ਰਾਜੇ ਦੀ ਦੇਹ ਵਿੱਚ ਜਾ ਵੜਿਆ ਸੀ ਮਛਿੰਦਰ। ਉਹਨੂੰ ਵੀ ਗੋਰਖਨਾਥ ਤਬਲਾ ਸਿੱਖ ਕੇ ਕੱਢ ਕੇ ਲਿਆਇਆ ਸੀ। ਹਜ਼ੂਰ ਕਹਿੰਦੇ ਹਨ, ਸੁਣ ਮਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨੇ ਡੋਲੇ। ਇਸ ਪ੍ਰਕਾਰ ਜਿਹਦੇ ਵਿੱਚ ਲੱਗਦੇ ਹੈ ਸਭ ਸਵਾਹ ਹੋਏ ਵੇਖੀਦੇ ਹੈ। ਉਹਨਾਂ ਦੀ ਇੱਜ਼ਤ, ਉਹਨਾਂ ਦੀ ਰੋਹ ਚਿਹਰੇ ਦੀ ਸਭ ਖਤਮ ਹੋ ਜਾਂਦੀ ਹੈ ਅਤੇ ਵਿਸ਼ਿਆਂ ਦੇ ਵਿੱਚ ਸਵਾਹ ਹੋ ਕੇ ਲਾਣਤਾਂ ਦੀ ਖੇਹ ਪੈਂਦੀ ਉਹਨਾਂ ਤੇ। ਹਰ ਅੰਮ੍ਰਿਤ ਬੂੰਦ ਸੁਹਾਵਣੀ। ਇਹ ਸਾਧ ਸੰਗਤ ਜੀ, ਜਿਸ ਪ੍ਰਕਾਰ ਜਿਸ ਵਕਤ ਇਹ ਜਿਹੜੇ ਅੱਕ ਤੇ ਜੋਹਾਂ ਆਦਿਕ ਹੁੰਦੇ ਹਨ, ਇਹ ਬਰਖਾ ਦੇ ਪੈਣ ਨਾਲ ਸਵਾਹ ਹੋ ਜਾਂਦੇ ਹੈ। ਇਵੇਂ ਸਾਧ ਸੰਗਤ ਜੀ ਅੱਕ ਦੀ ਨਹੀਂ ਆਈ, ਜਿਹੜੇ ਆਪਣੇ ਆਪ ਦੇ ਦੇਹ ਮਾਨਤੀ ਅੱਕੇ ਪਏ ਹਨ, ਜਿਹੜੇ ਜਵਾਹੇ ਦੀ ਨਿਆਈ ਹਰ ਵਕਤ ਆਪਣੇ ਸਾਧਨਾਂ ਦੀ ਜਵਾਨੀ ਦਾ ਹੀ ਹੰਕਾਰ ਕਰਦੇ ਰਹਿੰਦੇ ਹੈ, ਉਹ ਸੜ ਜਾਂਦੇ ਹੈ। ਇਉਂ ਵਿਸ਼ਿਆਂ ਦੇ ਰੰਗ ਕੂੜੇ ਹਨ, ਜਿਵੇਂ ਸੜ ਜਾਂਦੇ ਬਰਖਾ ਦੇ ਪੈਣ ਤੋਂ, ਇਹ ਵਿਸ਼ਿਆਂ ਦੇ ਰੰਗ ਕੂੜੇ ਹੈ। ਉਹਨਾਂ ਮਹਾਂਪੁਰਖਾਂ ਦੇ ਵਿੱਚ ਸਭ ਸਵਾਹ ਹੋ ਜਾਂਦੇ ਹੈ। ਐਸੀ ਅਵਸਥਾ ਵੱਧ ਜਾਂਦੀ ਉਹਨਾਂ ਦੀ। ਹਰ ਅੰਮ੍ਰਿਤ ਬੂੰਦ ਸੁਹਾਵਣੀ। ਮਹਾਰਾਜ ਸਾਹਿਬ ਬੱਦਲ ਦੀ ਨਿਆਈ ਵਰਖਾ ਕਰਦੇ ਉਹਨਾਂ ਪਿਆਰਿਆਂ ਦੇ ਉੱਤੇ। ਜੇ ਬੱਦਲ ਦੇ ਵਰਨ ਦੇ ਨਾਲ ਸੌਣ ਹੀ ਪਵੇ ਤਾਂ ਸੋਭਨੀਕ ਹੁੰਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਹਰ ਅੰਮ੍ਰਿਤ ਬੂੰਦ ਸੁਹਾਵਣੀ। ਸਤਿਗੁਰੂ ਸਾਹਿਬ ਬੱਦਲ ਦੀ ਨਿਆਈ ਕਿਹੜਾ ਆਕਾਸ਼ ਰੂਪੀ ਆਕਾਸ਼ 'ਚ ਪ੍ਰਗਟ ਹੋਏ ਹੈ। ਅੰਮ੍ਰਿਤ ਰੂਪ ਬੂੰਦ, ਸ਼ਾਂਤੀ ਬੂੰਦ ਜਿਵੇਂ ਉਹਦੇ 'ਚੋਂ ਨਿਕਲਦੀ ਹੈ ਬੱਦਲ ਦਿਓ, ਸੋਭਨੀਕ। ਉਹ ਜਿਹੜੇ ਬੰਬੀਹੇ ਹੁੰਦੇ ਪਰੇ ਸ਼ਬਦ ਕਰਨ ਵਾਲੇ, ਉਹ ਸਾਰੇ ਮਿਲ ਕੇ ਪੀਂਦੇ ਹੈ। ਇਸੇ ਪ੍ਰਕਾਰ ਹਰੀ ਦੇ ਨਾਮ ਰੂਪੀ ਅੰਮ੍ਰਿਤ ਬੂੰਦ, ਬ੍ਰਹਮ ਗਿਆਨ ਰੂਪੀ ਅੰਮ੍ਰਿਤ ਬੂੰਦ, ਮੁਕਤ ਰੂਪੀ ਅੰਮ੍ਰਿਤ ਬੂੰਦ, ਜੀਵ ਇਸ ਦੀ ਅਭੇਦਤਾ ਗਿਆਨ ਰੂਪ ਅੰਮ੍ਰਿਤ ਬੂੰਦ ਗੁਰੂ ਸਾਹਿਬ ਬੱਦਲ ਵਿੱਚੋਂ ਵਰਦੀ ਹੈ। ਮਿਲ ਸਾਧੂ ਪੀਵਣ ਹਾਰ। ਜਿਹੜੇ ਸਾਧੂ ਪੁਰਖ ਸ੍ਰੇਸ਼ਟ ਚਿੱਤ ਵਾਲੇ ਮਿਲਦੇ ਆ ਸੰਗਤ, ਬੰਬੀਹਾਂ ਦੀ ਨਿਆਈ ਹੈ। ਵਿਰਾਗ ਵੇਦ ਰੂਪੀ ਜਿਨ੍ਹਾਂ ਦੇ ਖੰਭ ਹਨ, ਉਹ ਸਤਸੰਗਤ ਨਾਲ ਮਿਲ ਕਰਕੇ ਪੀਣ ਵਾਲੇ ਹੋ ਕੇ ਪੀਂਦੇ ਹੈ। ਇਹ ਸੌਂਤੀ ਬੂੰਦ ਨੂੰ ਪੀ ਕੇ ਅਮਰ ਹੋ ਜਾਂਦੇ, ਅਜਰ ਹੋ ਜਾਂਦੇ ਹਨ। ਜੇ ਅੱਕਦੇ ਇਸੇ ਪ੍ਰਕਾਰ ਸਾਧ ਸੰਗਤ ਸੱਪ ਦੇ ਮੂੰਹ 'ਚ ਪੈ ਜੇ ਜ਼ਹਿਰ ਹੋ ਜਾਂਦੀ ਹੈ। ਇਸ ਪ੍ਰਕਾਰ ਜਿਹੜੇ ਸੱਪ ਦੀ ਨਿਆਈ ਬਖਰੀ ਪੁਰਖ ਹੈ, ਉਹ ਤਾਂ ਭਾਈ ਵਿਸ਼ਿਆਂ ਦੇ ਭੋਗਣ 'ਚ ਹੀ ਲੱਗ ਜਾਂਦੇ ਹੈ। ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਸਤਸੰਗਤ ਨਾਲ ਜਿਹੜੇ ਮਿਲਦੇ ਹੈ, ਉਹੀ ਪੀ ਕੇ ਨਿਹਾਲ ਹੁੰਦੇ ਹਨ। ਬਾਣੋ ਤਿਣ ਪ੍ਰਭ ਸੰਗ ਮੌਲਿਆ। ਜਦੋਂ ਸਾਧ ਸੰਗਤ ਜੀ ਵਰਖਾ ਹੁੰਦੀ ਹੈ, ਸਾਰੇ ਬਣ ਕੱਖ ਆਦਿਕ ਸਾਰੇ ਪ੍ਰਫੁੱਲਤ ਹੋ ਜਾਂਦੇ ਹਨ। ਇਵੇਂ ਸਾਧ ਸੰਗਤ ਜੀ ਵਾਹਿਗੁਰੂ ਦੇ ਗੁਰੂ ਸਾਹਿਬ ਤੋਂ ਗਿਆਨ ਰੂਪੀ ਜਦੋਂ ਵਰਖਾ ਪ੍ਰਾਪਤ ਹੁੰਦੀ ਹੈ, ਸਾਰੇ ਬਣਾ ਵਿੱਚ ਵੀ ਕੱਖਾਂ 'ਚ ਵੀ ਪ੍ਰਭੂ ਸਾਰਿਆਂ 'ਚ ਮਿਲਿਆ ਹੋਇਆ ਦਿਸਿਆ ਹੁੰਦਾ। ਸਾਰੇ ਉਹਦੇ ਕਰਕੇ ਮੌਲ ਰਹੇ, ਪ੍ਰਫੁੱਲਤ ਹੋ ਰਹੇ ਹੈ। ਬਣਾ ਵਿੱਚ ਸਾਧ ਸੰਗਤ ਜੀ ਬਣ ਰੂਪ ਹੈ, ਤਿਰਨਾਂ 'ਚ ਤਿਰਨ ਰੂਪ ਹੈ। ਉਹ ਪ੍ਰਭੂ ਦੇ ਨਾਲ ਹੀ ਸਾਰੇ ਪ੍ਰਫੁੱਲਤ ਹੋ ਰਹੇ ਹੈ। ਇਸੇ ਪ੍ਰਕਾਰ ਬਣ ਸਰੀਰ ਜਿਹੜੇ ਹਨ, ਤਿਰਨ ਇੰਦਰੀਏ ਜਿਹਨੇ ਹਨ, ਇੰਦਰੀਆਂ ਕਰਕੇ ਵੀ ਸਰੀਰਾਂ ਕਰਕੇ ਵੀ ਪ੍ਰਭੂ ਨਾਲ ਪ੍ਰਫੁੱਲਤ ਹੋ ਰਹੇ ਮਹਾਂਪੁਰਖ। ਸਮਰਥ ਪੁਰਖ ਅਪਾਰ। ਉਹ ਸਰਬ ਕਲਾ ਸਮਰੱਥ ਹੈ ਪਰਮੇਸ਼ਵਰ। ਉਹ ਸਾਰਿਆਂ ਥਾਂ ਪੂਰਨ ਹੈ, ਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਹੈ। ਪ੍ਰਕਿਰਤੀ ਦਾ ਕਾਰਜ ਹੈ ਜਿਹੜਾ ਆਪਣੇ ਆਕਾਸ਼, ਇਹ ਜੜ ਹੈ, ਉਹ ਚੇਤਨ ਹੈ। ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਉਹ। ਹਰ ਮਿਲਣਾ ਨੂੰ ਮਨ ਲੋਚਦਾ। ਇਹ ਸਤਿਗੁਰੂ ਸ੍ਰੀ ਅਕਾਲ ਪੁਰਖ ਦੇ ਨਾਲ ਮਿਲਣ ਨੂੰ ਸਾਡਾ ਮਨ ਲੋਚਦਾ ਚਾਹੁੰਦਾ ਹੈ। ਕਰਮ ਮਿਲਾਵਣ ਹਾਰ। ਜੇ ਮਹਾਰਾਜ ਸਾਹਿਬ ਕਿਰਪਾ ਹੋਵੇ ਆਪ ਦੀ, ਤਾਂ ਹੀ ਤੁਸੀਂ ਮਿਲਾਉਣ ਵਾਲੇ ਹੋ, ਤਾਂ ਸਾਡਾ ਮਿਲਣਾ ਹੋਵੇ। ਸਾਡੇ ਪੂਰਵ ਦੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ ਤਾਂ ਹੀ ਮਾਰਾ ਮਿਲਾ ਸਕਦੇ ਹੋ। ਜੇ ਕਮਾਈ ਕੀਤੀ ਜਾਵੇ, ਕਮਾਈ ਕੀਤੀ ਮਿਲਾਉਣ ਵਾਲੀ ਹੈ। ਜਿਹੜੇ ਅਸੀਂ ਕਮਾਈ ਤੋਂ ਹੀਣੇ ਹੈ, ਅਸੀਂ ਸੱਚੇ ਪਾਤਸ਼ਾਹ ਆਪਦੀ ਕਿਰਪਾ ਤੋਂ ਹੀਣੇ ਹੈ, ਨਿਸ਼ਕਾਮ ਕਰਮਾਂ ਰੂਪੀ ਸਰਦਾ ਤੋਂ ਹੀਣੇ ਹੈ, ਉਹ ਕਿਵੇਂ ਮਿਲ ਸਕਾਂਗੇ? ਤੁਹਾਡੀ ਕਿਰਪਾ ਹੀ ਸੱਚੇ ਪਾਤਸ਼ਾਹ ਮਿਲਾਉਣ ਵਾਲੀ ਹੈ। ਜਿਨੀ ਸਖੀਏ ਪ੍ਰਭ ਪਾਇਆ। ਇਹ ਸੰਤ ਸਖੀਓ ਮਹਾਤਮਾ ਤਤ ਵੇਤਿਓ, ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ ਹੈ। ਹਉ ਤਿਨ ਕੈ ਸਦ ਬਲਿਹਾਰ। ਅਸੀਂ ਤਾਂ ਉਹਨਾਂ ਤੋਂ ਭਾਈ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ, ਸਦਾ ਵਾਸਤੇ ਆਪਾਂ ਵਾਰਦੇ ਹਾਂ। ਬਲਿਹਾਰ ਜਾਣਾ ਸਾਧ ਸੰਗਤ ਜੀ, ਜਿਹੜਾ ਆਪਦੇ ਭਰਾਵਾਂ ਦਾ ਬਲ ਹਾਰ ਦੇਣਾ, ਮਾਇਆ ਦਾ ਦੌਲਤ ਦਾ ਬਲ ਹਾਰ ਦੇਣਾ, ਕੁਰਬਾਨ ਕਰ ਦੇਣਾ, ਸਰੀਰਕ ਬਲ ਕੁਰਬਾਨ ਕਰ ਦੇਣਾ, ਇੰਦਰੀਆਂ ਦਾ ਬਲ ਕੁਰਬਾਨ ਕਰ ਦੇਣਾ। ਕਈਆਂ ਦੀ ਨਿਗਾਹ 'ਚ ਬਲ ਹੁੰਦਾ, ਤਰਾਦਕ ਨਾਲ ਲੋਕਾਂ ਨੂੰ ਵਸ ਕਰ ਲੈਂਦੇ ਹੈ, ਉਹ ਵੀ ਕੁਰਬਾਨ ਕਰਨ। ਕਈਆਂ ਦੀ ਜ਼ੁਬਾਨ 'ਚ ਤਸੀਰ ਹੁੰਦੀ ਹੈ, ਮਿੱਠਾ ਬੋਲ ਕੇ ਲੋਕਾਂ ਨੂੰ ਵਸ ਕਰ ਲੈਂਦੇ ਹੈ। ਇਹ ਜ਼ੁਬਾਨ ਦਾ ਬਲ ਵੀ ਇਸੇ ਪ੍ਰਕਾਰ ਸਾਧ ਸੰਗਤ ਜੀ, ਸਰੀਰਕ ਬਲ ਪਹਿਲਵਾਨ ਜਿਵੇਂ ਪਹਿਲਵਾਨ ਢਾਹ ਲੈਂਦੇ, ਉਹ ਵੀ ਕੁਰਬਾਨ ਕਰ ਦੇਣਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਸੰਬੰਧੀਆਂ ਦਾ ਬਲ ਵੀ ਕੁਰਬਾਨ ਕਰ ਦੇਣਾ।
ਅਤੇ ਵਿਦਿਆ ਦਾ ਬਲ ਵੀ ਕੁਰਬਾਨ ਕਰ ਦੇਣਾ, ਰਿੱਧੀਆਂ ਸਿੱਧੀਆਂ ਦਾ ਬਲ ਵੀ, ਜਿਸਮਾਨੀ ਤਾਕਤ ਦਾ ਬਲ ਵੀ, ਰੂਹਾਨੀ ਤਾਕਤ ਦਾ ਬਲ ਵੀ, ਸ਼ੁਭ ਗੁਣਾਂ ਦਾ ਜਿਹੜਾ ਬਲ ਹੈ, ਵਿਰਾਗ ਵੇਕ ਆਦਿਕਾਂ ਦਾ, ਉਹ ਸਭ ਕੁਝ ਕੁਰਬਾਨ ਕਰਨ ਦਾ ਨਾਮ ਬਲਿਹਾਰ ਜਾਣਾ ਹੈ। ਉਹ ਸੈਂਕੜੇ ਵਾਰੀ ਕੁਰਬਾਨ ਜਾਂਦੇ, ਉਹਨਾਂ ਤੋਂ ਆਪਾਂ ਵਾਰਦੇ ਹਾਂ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ।